ਜਦੋਂ ਇਹ ਪ੍ਰੋਸੈਸ ਇੰਪੇਅਰ ਹੋ ਜਾਵੇ, ਘੱਟ ਜਾਵੇ, ਤਾਂ ਅਸੀਂ ਡਾਇਬਟੀਜ਼ ਵੱਲ ਜਾਣਾ ਸ਼ੁਰੂ ਕਰ ਦਿੰਦੇ ਹਾਂ। ਇਹ ਛੋਟੇ ਛੋਟੇ ਬੱਚਿਆਂ ਨੂੰ ਡਾਇਬੀਟੀਜ਼ ਹੋ ਗਈ ਹੈ, ਜਿਹੜੀ ਟਾਈਪ 1 ਟਾਈਪ 2 ਦੀ ਗੱਲ ਕੀਤੀ ਜਾਂਦੀ ਹੈ। ਉਹ ਇੱਕ ਜੈਨੇਟਿਕ ਡਿਸਆਰਡਰ ਹੈ ਟਾਈਪ 1 ਡਾਇਬਟੀਜ਼, ਜਿਹਨੂੰ ਅਸੀਂ ਇਨਸੂਲਿਨ ਡਿਪੈਂਡੈਂਟ ਡਾਇਬਟੀਜ਼ ਕਹਿੰਦੇ ਹਾਂ। ਕਈ ਲੋਕ ਇਹ ਕਹਿੰਦੇ ਆ ਕਿ ਨਹੀਂ ਇਹ ਤਾਂ ਐਵੇਂ ਡਰ ਕੇ ਖਾਣ ਪੀਣ ਵਾਲੀ ਗੱਲ ਹੈ, ਡਰਨਾ ਨਹੀਂ ਚਾਹੀਦਾ, ਜੋ ਹੋਊਗਾ ਦੇਖੀ ਜਾਊ, ਉਸ ਤੋਂ ਬਾਅਦ ਅਸੀਂ ਦੇਖ ਲਵਾਂਗੇ। So when diabetes occurs, type 2 diabetes is not reversible. ਇਹ ਠੀਕ ਨਹੀਂ ਹੋ ਸਕਦੀ। ਆਪਣੇ ਕਹਿੰਦੇ ਹੁੰਦੇ ਸੀ ਮਿਸ਼ਰੀ ਖਾਣੀ ਬੜੀ ਚੰਗੀ ਆ, ਗੁੜ ਖਾਣਾ ਬੜਾ ਚੰਗਾ ਆ, ਉਹਦੇ ਬਾਰੇ ਵੀ ਦੱਸੋ ਥੋੜ੍ਹਾ ਜਿਹਾ। ਔਰ ਫੈਟ ਨੂੰ ਲੂਜ਼ ਕਰਨ ਦੀ ਕੋਸ਼ਿਸ਼ ਕਰੋਗੇ, ਡਾਈਟ ਕਰੋਗੇ, ਐਕਸਰਸਾਈਜ਼ ਕਰੋਗੇ, ਜਿਮ ਦੇ ਵਿੱਚ ਮਿਹਨਤ ਕਰੋਗੇ, ਪਸੀਨਾ ਬਹਾਓਗੇ, ਪਰ ਬੈਲੀ ਫੈਟ ਆਸਾਨੀ ਨਾਲ ਨਹੀਂ ਜਾ ਰਿਹਾ, ਤਾਂ ਸਮਝ ਲਓ ਇਨਸੂਲਿਨ ਰੈਜ਼ਿਸਟੈਂਸ ਸ਼ੁਰੂ ਹੋ ਗਈ। ਡਾਇਬੀਟੀਜ਼ ਦੇ ਨਾਲ ਹੋਰ ਕਿਹੜੇ ਹੈਲਥ ਇਸ਼ੂਜ਼ ਹੋਣ ਦੀ ਸੰਭਾਵਨਾ? ਸਾਡੇ ਅੱਜ ਦੇ ਸ਼ੋਅ ਦੇ ਇਸ ਹਿੱਸੇ ਦੇ ਵਿੱਚ ਅਸੀਂ ਗੱਲ ਕਰਨੀ ਹੈ ਡਾਇਬੀਟੀਜ਼ ਬਾਰੇ, ਅਤੇ ਮੇਰੇ ਨਾਲ ਸ਼ਾਮਿਲ ਹੋ ਰਹੇ ਨੇ ਬੋਰਡ ਸਰਟੀਫਾਈਡ ਨੈਚੁਰਲ ਹੈਲਥ ਕੰਸਲਟੈਂਟ ਅਤੇ ਵੇਟ ਲਾਸ ਕੋਚ ਸੰਦੀਪ ਜੱਸਲ ਹੁਣੀ। ਇਹਨਾਂ ਦੇ ਨਾਲ ਆਪਾਂ ਪਹਿਲਾਂ ਵੀ ਕਈ ਵਾਰੀ ਸਿਹਤ ਦੇ ਮਸਲਿਆਂ ਦੇ ਉੱਤੇ ਗੱਲਬਾਤ ਕੀਤੀ ਹੈ, ਅਤੇ ਅੱਜ ਜਿਸ ਵਿਸ਼ੇ ਦੇ ਉੱਤੇ ਖਾਸ ਕਰਕੇ ਅਸੀਂ ਫੋਕਸ ਕਰਨਾ ਚਾਹੁੰਦੇ ਹਾਂ ਉਹ ਹੈ ਡਾਇਬੀਟੀਜ਼। ਜਿਹੜੇ ਲੋਕ ਡਾਇਬੀਟੀਜ਼ ਤੋਂ ਪੀੜਿਤ ਨੇ ਜਾਂ ਡਾਇਬੀਟੀਜ਼ ਦੇ ਸ਼ਿਕਾਰ ਨੇ, ਸ਼ਾਇਦ ਕਿਸੇ ਹੱਦ ਤੱਕ ਉਹਨਾਂ ਨੂੰ ਜ਼ਰੂਰ ਇਸ ਚੀਜ਼ ਦੀ ਜ਼ਰੂਰਤ ਪੈਂਦੀ ਆ ਕਿ ਕਿਹੋ ਜਿਹੀ ਖੁਰਾਕ ਉਹਨਾਂ ਨੇ ਖਾਣੀ ਆ, ਕੀ ਸਾਵਧਾਨੀਆਂ ਵਰਤਣੀਆਂ। ਪਰ ਮੈਨੂੰ ਲੱਗਦਾ ਕਿ ਡਾਇਬੀਟੀਜ਼ ਹੋਣ ਤੋਂ ਪਹਿਲਾਂ ਵੀ ਸਾਨੂੰ, ਤਾਂ ਕਿ ਇਸ ਚੀਜ਼ ਦੀ ਥੋੜ੍ਹੀ ਬਹੁਤ ਸਾਨੂੰ ਸੂਝ ਹੋ ਸਕੇ, ਸਾਨੂੰ ਕੁਝ ਖਾਸ ਗੱਲਾਂ ਦਾ ਪਤਾ ਹੋਣਾ ਚਾਹੀਦਾ। ਅੱਜ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਸੰਦੀਪ ਜੱਸਲ ਹੋਣਾ ਦੇ ਕੋਲੋਂ ਕਿ ਡਾਇਬੀਟੀਜ਼ ਕੀ ਹੈ, ਕਿਸ ਤਰ੍ਹਾਂ ਅਸੀਂ ਡਾਇਬੈਟਿਕ ਹੋ ਜਾਂਦੇ ਹਾਂ, ਜਾਂ ਕਿਹੜੇ ਸਿੰਪਟਮਸ ਹੋ ਸਕਦੇ ਆ। ਕਈ ਵਾਰ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਵੀ ਇਹ ਡਾਇਬੀਟੀਜ਼ ਦੇ ਅਸੀਂ ਸ਼ਿਕਾਰ ਹੈਗੇ ਹਾਂ। ਸੰਦੀਪ ਜੱਸਲ ਜੀ, ਜੀ ਆਇਆਂ ਨੂੰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਨਵਜੋਤ ਜੀ, ਐਂਡ ਥੈਂਕਸ ਅ ਲੋਟ ਫॉर ਹੈਵਿੰਗ ਮੀ ਜੀ। ਤੁਹਾਡੇ ਸ਼ੋਅ ਦੇ ਵਿੱਚ ਹਮੇਸ਼ਾ ਆ ਕੇ ਬਹੁਤ ਚੰਗਾ ਲੱਗਦਾ। ਤੁਹਾਡੇ ਸਵਾਲ ਬਹੁਤ ਰੈਲੇਵੈਂਟ ਔਰ ਬਹੁਤ ਹੀ ਢੁਕਵੇਂ ਹੁੰਦੇ ਨੇ, ਇਹ ਮੈਨੂੰ ਹਮੇਸ਼ਾ ਇੱਕ ਅੱਛਾ ਮਹਿਸੂਸ ਹੁੰਦਾ ਮੈਨੂੰ ਜਦੋਂ ਮੈਂ ਆਉਂਦਾ। ਸੋ ਸ਼ੇਰੇ ਪੰਜਾਬ ਰੇਡੀਓ ਦਾ ਵੀ ਬਹੁਤ ਬਹੁਤ ਧੰਨਵਾਦ ਮੈਨੂੰ ਬੁਲਾਉਣ ਲਈ। ਸੋ ਸੰਦੀਪ ਜੀ, ਸਵਾਲ ਅਸਲ ਦੇ ਵਿੱਚ ਮੈਂ ਉਹੀ ਪੁੱਛਣ ਦੀ ਕੋਸ਼ਿਸ਼ ਕਰਦੀ ਜਿਹੜੇ ਹਰ ਇੱਕ ਆਮ ਇਨਸਾਨ ਦੇ ਦਿਮਾਗ ਦੇ ਵਿੱਚ ਆਉਂਦੇ ਆ, ਥੋੜ੍ਹੇ ਕਈ ਵਾਰ ਬਰੀਕੀ ਤੱਕ ਵੀ ਆਪਾਂ ਉਹ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਤੁਸੀਂ ਇੱਕ ਸਧਾਰਨ ਇਨਸਾਨ ਦੇ ਸ਼ਬਦਾਂ ਦੇ ਵਿੱਚ ਉਹਨੂੰ ਸਮਝਾਉਣਾ ਹੋਵੇ ਕਿ ਡਾਇਬੀਟੀਜ਼ ਕਿਹੋ ਜਿਹੀ ਕੰਡੀਸ਼ਨ ਹੈ? ਡਾਇਬੀਟੀਜ਼ ਇੱਕ ਮੈਟਾਬੋਲਿਕ ਡਿਸਆਰਡਰ ਹੈ, ਜਿੱਦਾਂ ਕਿ ਅਸੀਂ ਕਹਾਂਗੇ ਕਿ ਸਾਡੇ ਸਰੀਰ ਦੀ ਇੱਕ ਮਸ਼ੀਨ ਹੈ ਜਿਹੜੀ ਕੰਮ ਕਰਦੀ ਹੈ, ਔਰ ਅਸੀਂ ਜੋ ਵੀ ਆਹਾਰ, ਜੋ ਵੀ ਅਸੀਂ ਖਾਂਦੇ ਪੀਂਦੇ ਹਾਂ, ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਕੈਲਰੀਜ਼ ਹੈਗੀਆਂ ਨੇ, ਐਨਰਜੀ ਜੀ। ਉਹ ਐਨਰਜੀ ਸਾਡੀ ਬਾਡੀ ਦੇ ਵਿੱਚ ਜਾ ਕੇ ਕਨਵਰਟ ਹੁੰਦੀ ਹੈ ਗਲੂਕੋਜ਼ ਦੇ ਵਿੱਚ। ਗਲੂਕੋਜ਼ ਸਾਡੇ ਬਲੱਡ ਦੇ ਵਿੱਚ ਘੁੰਮਦਾ, ਸਰਕੂਲੇਟ ਕਰਦਾ, ਔਰ ਉਹ ਗਲੂਕੋਜ਼ ਐਬਜ਼ੌਰਬ ਹੁੰਦਾ ਹੈ ਸੈਲਸ ਦੇ ਵਿੱਚ। ਜੀ। ਸਾਡੀ ਬਾਡੀ ਟ੍ਰਿਲੀਅਨਸ ਆਫ ਸੈਲਸ ਦੀ ਬਣੀ ਹੋਈ ਹੈ। ਹਰ ਇੱਕ ਟਿਸ਼ੂ ਦਾ ਇੱਕ ਅਲੱਗ ਤਰ੍ਹਾਂ ਦਾ ਸੈੱਲ ਹੈ, ਪਰ ਉਹਨੂੰ ਚੱਲਣ ਦੇ ਲਈ ਚਾਹੀਦੀ ਐਨਰਜੀ ਹੈ, ਜਿਹੜੀ ਕਿ ਗਲੂਕੋਜ਼ ਦੇ ਰੂਪ ਦੇ ਵਿੱਚ ਉਸ ਸੈੱਲ ਦੇ ਵਿੱਚ ਜਾਣੀ ਹੈ। ਪਰ ਹਰ ਸੈੱਲ ਦਾ ਇੱਕ ਦਰਵਾਜ਼ਾ ਦੇ ਵਿੱਚ ਚਾਬੀ ਲੱਗਣੀ ਹੈ, ਉਹ ਚਾਬੀ ਦਾ ਨਾਮ ਹੈ ਇਨਸੂਲਿਨ। ਓਕੇ। ਜਦੋਂ ਦਰਵਾਜ਼ਾ ਖੁੱਲ੍ਹੇਗਾ ਸੈੱਲ ਦਾ, ਤਾਂ ਹੀ ਐਨਰਜੀ ਅੰਦਰ ਜਾ ਸਕੇਗੀ, ਨਹੀਂ ਤਾਂ ਨਹੀਂ ਜਾ ਸਕੇਗੀ। ਉਹ ਇਨਸੂਲਿਨ ਜਿਹੜੀ ਹੈ ਉਹ ਇੱਕ ਹਾਰਮੋਨ ਹੈ, ਜਿਹੜਾ ਕਿ ਸਾਡੇ ਪੇਟ ਦੇ ਵਿਚਕਾਰ ਇੱਕ ਔਰਗਨ ਪਿਆ ਵਾ, ਜਿਹਨੂੰ ਅਸੀਂ ਪੈਨਕ੍ਰੀਆਸ ਕਹਿੰਦੇ ਹਾਂ, ਉਹਦੇ 'ਚੋਂ ਹਾਰਮੋਨ ਬਣਦਾ ਵਾ। ਓਕੇ। ਜਦੋਂ ਵੀ ਅਸੀਂ ਕੋਈ ਚੀਜ਼ ਖਾਂਦੇ ਹਾਂ, ਉਹਦੇ 'ਚੋਂ ਡਾਈਜੈਸ਼ਨ ਦੀ ਪ੍ਰੋਸੈਸ ਸ਼ੁਰੂ ਹੁੰਦੀ ਹੈ, ਹਾਜ਼ਮਾ ਸ਼ੁਰੂ ਹੁੰਦਾ, ਪਾਚਨ ਸ਼ੁਰੂ ਹੁੰਦਾ। ਉਹ ਉਸ ਪਾਚਨ ਕਿਰਿਆ ਦੇ ਦੌਰਾਨ ਉਹ 'ਚੋਂ ਐਨਰਜੀ ਰਿਲੀਜ਼ ਹੁੰਦੀ ਹੈ, ਔਰ ਸਾਡੇ ਬਲੱਡ ਦੇ ਵਿੱਚ ਗਲੂਕੋਜ਼ ਦਾ ਲੈਵਲ ਇੱਕਦਮ ਸ਼ਾਰਪਲੀ ਰਾਈਜ਼ ਕਰਦਾ ਹੈ। ਡਿਪੈਂਡ ਕਰਦਾ ਕਿ ਅਸੀਂ ਕੀ ਖਾਧਾ ਹੈ ਜੀ, ਕਿੰਨਾ ਕੁ ਜ਼ਿਆਦਾ ਕੰਡੈਂਸਡ ਐਨਰਜੀ ਰਿਚ ਫੂਡ ਖਾਧਾ ਹੈ ਜਾਂ ਸ਼ੂਗਰ ਰਿਚ ਫੂਡ ਖਾਧਾ, ਉਨੀ ਜਲਦੀ ਅੰਦਰ ਜਾ ਕੇ ਐਨਰਜੀ ਰਿਲੀਜ਼ ਹੋਏਗੀ। ਜਦੋਂ ਇੱਕ ਹੜ੍ਹ ਐਨਰਜੀ ਦਾ ਆ ਜਾਂਦਾ ਹੈ, ਫਲੱਡ ਆ ਜਾਂਦਾ ਹੈ ਗਲੂਕੋਜ਼ ਦਾ, ਜੀ, ਉਸੀ ਟਾਈਮ
ਸਾਡੀ ਬਾਡੀ ਦੇ ਵਿੱਚ ਇਹੋ ਜਿਹਾ ਮੈਕੈਨਿਜ਼ਮ ਹੈ ਕਿ ਸਾਡੀ ਬਾਡੀ ਦੀ ਮਸ਼ੀਨ ਇਨਸੂਲਿਨ ਨੂੰ ਇਸ਼ਾਰਾ ਕਰਦੀ ਹੈ ਕਿ ਫਟਾਫਟ ਜਾ ਕੇ ਇਹ ਜਿਹੜੀ ਰਿਲੀਜ਼ ਹੋਈ એનર્ਜੀ ਹੈ ਇਹਨੂੰ ਸੈੱਲਾਂ ਦੇ ਵਿੱਚ ਪਾਣਾ ਸ਼ੁਰੂ ਕਰੋ, ਯੂਟਿਲਾਈਜ਼ ਕਰ ਸਕਣ, ਸਾਡੇ ਸੈੱਲਸ ਯੂਜ਼ ਕਰ ਸਕਣ, ਇਸਤੇਮਾਲ ਕਰ ਸਕਣ। ਪਰ ਜਦੋਂ ਇਹ ਪ੍ਰੋਸੈਸ ਇੰਪੇਅਰ ਹੋ ਜਾਵੇ, ਘਟ ਜਾਵੇ, ਤਾਂ ਅਸੀਂ ਡਾਇਬਟੀਜ਼ ਵੱਲ ਜਾਣਾ ਸ਼ੁਰੂ ਕਰ ਦਿੰਦੇ ਹਾਂ। ਉਹਦੇ ਦੋ ਕਾਰਨ ਨੇ, ਜਾਂ ਤਾਂ ਸਾਡਾ ਸਰੀਰ ਇਨਸੂਲਿਨ ਬਣਾਉਣਾ ਬੰਦ ਕਰ ਦੇਵੇ, ਘੱਟ ਕਰ ਦੇਵੇ, ਯਾਨੀ ਕਿ ਉਹ ਚਾਬੀਆਂ ਜਿਹੜੀਆਂ ਕਿ ਤਾਲੇ ਖੋਲ੍ਹਦੀਆਂ ਸੀ ਸੈੱਲਾਂ ਦੇ, ਉਹ ਚਾਬੀਆਂ ਘਟ ਜਾਣ। ਓਕੇ। ਜਾਂ ਫਿਰ ਉਹ ਚਾਬੀਆਂ ਨਾਕਾਮਯਾਬ ਹੋ ਜਾਣ, ਯਾਨੀ ਕਿ ਇਨਸੂਲਿਨ ਕਾਮਯਾਬ ਇਨਸੂਲਿਨ ਬਣਨੀ ਘੱਟ ਜਾਵੇ। ਇਸ ਪ੍ਰੋਸੈਸ ਨੂੰ ਅਸੀਂ ਕਹਿੰਦੇ ਹਾਂ ਆਪਣੀ ਡਾਕਟਰੀ ਭਾਸ਼ਾ ਦੇ ਵਿੱਚ ਇਨਸੂਲਿਨ ਰੈਜ਼ਿਸਟੈਂਸ। ਸੋ ਇਹ ਸਾਡੇ ਆਹਾਰ ਵਿਹਾਰ 'ਤੇ ਬਹੁਤ ਡਿਪੈਂਡ ਕਰਦੀ ਹੈ, ਸਾਡੀ ਸਿਹਤ ਦੇ ਉੱਤੇ ਬਹੁਤ ਡਿਪੈਂਡ ਕਰਦੀ ਹੈ, ਸਾਡੀ ਲਾਈਫ ਸਟਾਈਲ, ਸਾਡੀ ਡਾਇਟ ਦੀ ਹੈਬਿਟਸ ਦੇ ਉੱਤੇ ਬੜੀ ਡਿਪੈਂਡ ਕਰਦੀ ਹੈ ਕਿ ਅਸੀਂ ਕਿੰਨੀ ਛੇਤੀ ਜਾਂ ਕਿੰਨੀ ਲੇਟ ਇਨਸੂਲਿਨ ਰੈਜ਼ਿਸਟੈਂਟ ਹੋਵਾਂਗੇ, ਸਾਡੀ ਇਨਸੂਲਿਨ ਕਦੋਂ ਨਾਕਾਮਯਾਬ ਹੋਊਗੀ। ਕਈਆਂ ਦੀ ਸਾਰੀ ਉਮਰ ਨਹੀਂ ਹੋਣੀ, ਕਈਆਂ ਦੀ ਥੋੜ੍ਹੀ ਜਿਹੀ ਰੈਜ਼ਿਸਟੈਂਟ ਹੋਣੀ ਹੈ, ਕਈਆਂ ਦੀ ਬੜੀ ਛੇਤੀ ਹੋ ਜਾਣੀ ਹੈ। ਔਰ ਇਹੀ ਜ਼ਰੂਰੀ ਹੈ ਜਾਣਨਾ। ਐਜ਼ ਅ ਪ੍ਰੀਵੈਂਟਿਵ ਹੈਲਥ ਕੰਸਲਟੈਂਟ ਮੈਨੂੰ ਲੱਗਦਾ ਹੈ ਕਿ ਸਾਡਾ ਫਰਜ਼ ਹੈ ਕਿ ਸਮਾਜ ਵਿੱਚ ਇਹ ਸੁਨੇਹਾ ਦੇਣਾ ਕਿ ਅਸੀਂ ਕਿੰਨੀ ਦੇਰ ਤੱਕ ਆਪਣੇ ਸਰੀਰ ਨੂੰ ਇਨਸੂਲਿਨ ਰੈਜ਼ਿਸਟੈਂਸ ਤੋਂ ਬਚਾ ਸਕਦੇ ਹਾਂ। ਇਸ ਤਰ੍ਹਾਂ ਕੀਤਾ ਜਾ ਸਕਦਾ? ਬਹੁਤ ਆਰਾਮ ਨਾਲ ਕੀਤਾ ਜਾ ਸਕਦਾ ਹੈ। ਕਈ ਵਾਰੀ ਅਸੀਂ ਸੁਣਦੇ ਹਾਂ ਕਿ ਛੋਟੇ ਛੋਟੇ ਬੱਚਿਆਂ ਨੂੰ ਡਾਇਬੀਟੀਜ਼ ਹੋ ਗਈ ਹੈ, ਜਿਹੜੀ ਟਾਈਪ 1 ਟਾਈਪ 2 ਦੀ ਗੱਲ ਕੀਤੀ ਜਾਂਦੀ ਹੈ, ਜੇ ਥੋੜ੍ਹਾ ਜਿਹਾ ਉਹ ਵੀ ਐਕਸਪਲੇਨ ਕਰ ਸਕੋ ਤਾਂ। ਐਗਜ਼ੈਕਟਲੀ, ਉਹ ਇੱਕ ਜੈਨੇਟਿਕ ਡਿਸਆਰਡਰ ਹੈ ਟਾਈਪ 1 ਡਾਇਬੀਟੀਜ਼, ਜਿਹਨੂੰ ਅਸੀਂ ਇਨਸੂਲਿਨ ਡਿਪੈਂਡੈਂਟ ਡਾਇਬੀਟੀਜ਼ ਕਹਿੰਦੇ ਹਾਂ। ਉਹ ਇਨਸੂਲਿਨ ਦੇ ਇਲਾਜ ਤੋਂ ਬਗੈਰ ਕਦੀ ਠੀਕ ਨਹੀਂ ਰੱਖੀ ਜਾ ਸਕਦੀ, ਕਿਉਂਕਿ ਸਾਡੇ ਪੈਨਕ੍ਰੀਆਸ ਦੇ ਸੈੱਲਸ, ਸੋ ਉਹ ਡਿਸਆਰਡਰ ਬਾਈ ਬਰਥ ਹੀ ਹੈ, ਉਹ ਬਾਈ ਬਰਥ ਹੈ, ਉਹ ਫੇਲ ਹੋ ਜਾਂਦੇ ਸਾਡੇ ਸੈੱਲਸ ਇਨਸੂਲਿਨ ਬਣਾਉਂਦੇ ਹੀ ਨਹੀਂ। ਪਰ ਅਸੀਂ ਗੱਲ ਕਰ ਰਹੇ ਹਾਂ ਐਡਲਟ ਔਨਸੈਟ ਡਾਇਬੀਟੀਜ਼ ਦੀ, ਜਿਹੜੀ ਕਿ ਲਾਈਫ ਸਟਾਈਲ ਔਰ ਡਾਈਟ ਦੇ ਨਾਲ ਜ਼ਿਆਦਾ ਤਾਲੁਕ ਰੱਖਦੀ ਹੈ। ਉਹਨਾਂ ਬੱਚਿਆਂ ਦਾ ਕੋਈ ਕਸੂਰ ਨਹੀਂ, ਉਹ ਜੈਨੇਟਿਕ ਇੱਕ ਡਿਸਆਰਡਰ ਹੈ, ਪਰ ਆਟੋ ਇਮਿਊਨ ਡਿਸਆਰਡਰ ਕਹਾਂਗੇ। ਪਰ ਜਿਹੜੀ ਡਾਇਬਟੀਜ਼ ਦੀ ਅਸੀਂ ਗੱਲ ਕਰਦੇ ਹਾਂ ਉਹ ਸਾਡੇ ਹੱਥ ਵਿੱਚ ਹੈ, ਉਹਦੇ ਰਿਸਕ ਫੈਕਟਰਸ ਸਾਡੇ ਹੱਥ ਵਿੱਚ ਹੈ। ਉਹਦੇ ਵਿੱਚ ਬਹੁਤ ਘੱਟ ਰਿਸਕ ਫੈਕਟਰਸ ਨੇ, ਬਹੁਤ ਘੱਟ ਕਾਰਨ ਨੇ ਜਿਹੜੇ ਕਿ ਸਾਡੇ ਹੱਥ ਤੋਂ ਬਾਹਰ ਨੇ, ਸਾਡੇ ਕੰਟਰੋਲ ਤੋਂ ਬਾਹਰ ਨੇ। ਸੋ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਵੀ ਅਸੀਂ ਡਾਇਬੈਟਿਕ ਹੋਣ ਤੋਂ ਬਚ ਸਕਦੇ ਹਾਂ, ਬੜੇ ਆਰਾਮ ਨਾਲ ਬਚ ਸਕਦੇ ਹਾਂ। ਇਹ ਬਾਅਦ ਵਿੱਚ ਤਾਂ ਚਲੋ ਜਿਹੜਾ ਇਲਾਜ ਦਾ ਸਿਲਸਿਲਾ ਚੱਲਦਾ ਜਾਂ ਜਿੱਦਾਂ ਉਹਨੂੰ ਮੈਨੇਜ ਕਰਨ ਦੀ ਗੱਲ ਹੈ ਉਹ ਤਾਂ ਬਾਅਦ ਦੀਆਂ ਗੱਲਾਂ ਹੈ, ਪਰ ਪ੍ਰੀਵੈਂਸ਼ਨ ਵੀ ਹੋ ਸਕਦੀ ਹੈ। ਪ੍ਰੀਵੈਂਸ਼ਨ ਇਜ਼ ਆਲਵੇਜ਼ ਬੈਟਰ ਦੈਨ ਕਿਉਰ। ਬਿਲਕੁਲ। ਅ ਸਟਿਚ ਇਨ ਟਾਈਮ ਸੇਵਸ ਨਾਈਨ। ਸੇਵਸ ਨਾਈਨ। ਉਹ ਹਮੇਸ਼ਾ ਮੇਰੇ ਤਾਂ ਅੰਦਰ ਦਾ ਇੱਕ ਜਿਹੜਾ ਮਿਸ਼ਨਰੀ ਹੈ ਉਹ ਜਾਗ ਜਾਂਦਾ ਜਦੋਂ ਕੋਈ ਗੱਲ ਕਰੇ ਇਹੋ ਜੀ, ਜੇ ਛਿੜ ਜਾਵੇ ਟੌਪਿਕ। ਅਤੇ ਬਹੁਤ ਸਾਰੇ ਫੈਕਟਰਸ ਨੇ ਜਿਹੜੇ ਕਿ ਅਸੀਂ ਸਾਡੇ ਹੱਥ 'ਚ ਨੇ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਮੋਡੀਫਾਏਬਲ ਰਿਸਕ ਫੈਕਟਰਸ। ਜੀ। ਸੋ ਰਿਸਕ ਫੈਕਟਰ ਸਭ ਨੂੰ ਰਿਸਕ ਹੈਗਾ ਵਾ। ਕਈ ਲੋਕਾਂ ਨੂੰ ਰਿਸਕ ਹੈਗਾ ਵਿਦ ਏਜ, ਉਹਨਾਂ ਦੀ ਇਨਸੂਲਿਨ ਕੰਮ ਕਰਨੀ ਘੱਟ ਜਾਣੀ ਹੈ, ਕਾਮਯਾਬ ਇਨਸੂਲਿਨ ਬਣਨੀ ਘੱਟ ਜਾਣੀ ਹੈ। ਜਿਵੇਂ ਕਿ ਅਸੀਂ ਇੱਕ ਨਵਾਂ ਤਾਲਾ ਲੈ ਕੇ ਆਉਂਦੇ ਹਾਂ ਤਾਂ ਚਾਬੀ ਬਹੁਤ ਜਲਦੀ ਖੁੱਲ੍ਹਦੀ ਹੈ, ਚਾਬੀ ਖੋਲ੍ਹ ਦਿੰਦੀ ਤਾਲੇ ਨੂੰ। ਜਿਵੇਂ ਜਿਵੇਂ ਉਹ ਵੇਅਰ ਆਊਟ ਹੋ ਜਾਂਦੀ ਹੈ, ਪੁਰਾਣੀ ਹੋ ਜਾਂਦੀ, ਘਿਸ ਜਾਂਦੀ ਹੈ, ਉਹ ਚਾਬੀ ਉਹਨੂੰ ਖੋਲ੍ਹਣ ਦੇ ਵਿੱਚ ਕਾਮਯਾਬ ਘੱਟ ਜਾਂਦੀ ਹੈ ਹੋਣੀ, ਔਰ ਕਿਤੇ ਕਿਤੇ ਫਸਣੀ ਸ਼ੁਰੂ ਹੋ ਜਾਂਦੀ ਹੈ। ਅੱਛਾ, ਦੋ ਗੱਲਾਂ, ਜਦੋਂ ਅਸੀਂ ਪ੍ਰੀਵੈਂਸ਼ਨ ਦੀ ਗੱਲ ਕਰਦੇ ਹਾਂ ਨਾ, ਕਿਸੇ ਵੀ ਚੀਜ਼ ਤੋਂ ਆਪਾਂ ਪਹਿਲਾਂ ਹੀ ਬਚਾਅ ਦੀ ਗੱਲ ਕਰਦੇ ਹਾਂ। ਕਈ ਲੋਕ ਇਹ ਕਹਿੰਦੇ ਆ ਕਿ ਨਹੀਂ ਇਹ ਤਾਂ ਐਵੇਂ ਡਰ ਕੇ ਖਾਣ ਪੀਣ ਵਾਲੀ ਗੱਲ ਹੈ, ਡਰਨਾ ਨਹੀਂ ਚਾਹੀਦਾ, ਜੋ ਹੋਊਗਾ ਦੇਖੀ ਜਾਊ, ਉਸ ਤੋਂ ਬਾਅਦ ਅਸੀਂ ਦੇਖ ਲਵਾਂਗੇ। ਵੀ ਜਿਹੜੀ ਚੀਜ਼ ਹੋਈ ਨਹੀਂ ਤੁਹਾਨੂੰ, ਤੁਸੀਂ ਉਹਦੇ ਤੋਂ ਹੀ ਡਰੀ ਜਾਓ। ਇਹ ਬਹੁਤ ਵਾਰੀ ਇਹ ਗੱਲ ਕਹੀ ਜਾਂਦੀ ਹੈ ਕਿ ਕਈ ਵਾਰ ਇਹ ਹੁੰਦਾ ਕਿ ਅਸੀਂ ਕਹਿੰਦੇ ਕਿ ਅਸੀਂ ਸ਼ੂਗਰ ਨਹੀਂ ਪੀਂਦੇ, ਉਹ 'ਚ ਅੱਛਾ ਡਾਇਬਿਟੀ ਹੈ, ਤੁਹਾਨੂੰ ਡਾਇਬਿਟੀਜ਼ ਹੈਗੀ ਆ ਕਿ ਨਹੀਂ, ਫਿਰ ਤੁਹਾਨੂੰ ਕੀ ਜ਼ਰੂਰਤ ਹੈ, ਫਿਰ ਤਾਂ ਤੁਹਾਨੂੰ ਮਿੱਠਾ ਪੀਣਾ ਚਾਹੀਦਾ। ਆਮ ਕਰਕੇ ਇਸ ਤਰ੍ਹਾਂ ਹੁੰਦਾ ਕਿ ਹੈਰਾਨ ਹੁੰਦੇ ਲੋਕ ਕਿ ਤੁਸੀਂ ਕਿਉਂ ਨਹੀਂ ਇਹ ਚੀਜ਼ ਖਾ ਰਹੇ, ਕਿਉਂ ਨਹੀਂ ਇਹ ਚੀਜ਼ ਪੀ ਰਹੇ। ਜੇ ਥੋੜ੍ਹਾ ਇਹਦੇ ਬਾਰੇ ਤੁਸੀਂ ਜ਼ਿਆਦਾ ਸਪਸ਼ਟ ਤੌਰ 'ਤੇ ਦੱਸ ਸਕੋ ਕਿ ਪ੍ਰੀਵੈਂਸ਼ਨ ਕਿੱਦਾਂ ਕੰਮ ਕਰਦੀ ਆ। ਐਗਜ਼ੈਕਟਲੀ, ਪ੍ਰੀਵੈਂਸ਼ਨ ਉੱਦਾਂ ਹੀ ਕੰਮ ਕਰਦੀ ਜਿਵੇਂ ਕਾਰ ਦੀ ਸੀਟ ਬੈਲਟ ਕੰਮ ਕਰਦੀ ਹੈ। ਹੁਣ ਤੁਸੀਂ ਗੱਲ ਕੀਤੀ ਕਿ ਜਦ ਮੇਰੇ ਨਾਲ ਕਦੀ ਹੋਇਆ ਹੀ ਨਹੀਂ, ਮੈਨੂੰ ਡਾਇਬਟੀਜ਼ ਹੋਈ ਨਹੀਂ, ਤਾਂ ਮੈਨੂੰ ਕੀ ਲੋੜ ਹੈ ਐਵੇਂ ਸਟ੍ਰੈਸ ਲਈ ਚੱਲੋ। ਸੋ ਇਹੀ ਹੈ ਕਿ ਸਟ੍ਰੈਸ, ਮੈਂ ਸੀਟ ਬੈਲਟ ਲਗਾਉਣ ਦੀ ਸਟ੍ਰੈਸ ਕਿਉਂ ਲਵਾਂ ਜਦ ਕਿ ਮੇਰੇ ਐਕਸੀਡੈਂਟ ਹੋਇਆ ਹੀ ਨਹੀਂ। ਉਹ ਜਦੋਂ ਹੋਏਗਾ
ਉਦੋਂ ਇਰਰਿਵਰਸੀਬਲ ਡੈਮੇਜ ਕਰ ਗਿਆ, ਉਹਦੇ ਨਾਲੋਂ ਤਾਂ ਬੈਟਰ ਹੈ ਕਿ ਮੈਂ ਸਿੱਖਾਂ ਕਾਰ ਚਲਾਣੀ ਵਿਦ ਸੀਟ ਬੈਲਟ ਔਨ। ਸੋ ਵੈਨ ਡਾਇਬਟੀਜ਼ ਅਕਰਸ, ਟਾਈਪ 2 ਡਾਇਬਟੀਜ਼ ਇਜ਼ ਨਾਟ ਰਿਵਰਸੀਬਲ। ਇਹ ਠੀਕ ਨਹੀਂ ਹੋ ਸਕਦੀ। ਸੋ ਪ੍ਰੀਵੈਂਸ਼ਨ ਇਜ਼ ਦੀ ਓਨਲੀ ਥਿੰਗ ਵਿਚ ਇਜ਼ ਬੈਟਰ ਦੈਨ ਕਿਉਰ, ਬਿਕੋਜ਼ ਦੇਰ ਇਜ਼ ਨੋ ਕਿਉਰ। ਸੋ ਅਗਰ ਸਾਡੇ ਕੋਲ ਕਿਉਰ ਹੀ ਨਹੀਂ ਹੈਗਾ ਤਾਂ ਕਿਉਂ ਨਹੀਂ ਅਸੀਂ ਆਪਣੀ ਬਾਡੀ ਨੂੰ ਐਕਸਪੋਜ਼ਰ ਦੇਣਾ ਘਟਾਈਏ ਸਪਾਈਕਸ ਆਫ ਬਲੱਡ ਸ਼ੂਗਰ। ਸਪਾਈਕਸ ਆਫ ਬਲੱਡ ਸ਼ੂਗਰ ਯਾਨੀ ਕਿ ਉਹ ਸਿਚੁਏਸ਼ਨਸ ਜਿਹਦੇ ਵਿੱਚ ਸ਼ੂਗਰ ਬਲੱਡ ਦੇ ਵਿੱਚ ਇੱਕਦਮ ਜਾ ਕੇ ਰਿਲੀਜ਼ ਹੋਏਗੀ। ਅੱਛਾ। ਇੱਕਦਮ ਉਹ ਫਲੱਡ ਆਏਗਾ ਸ਼ੂਗਰ ਦਾ, ਹੜ੍ਹ ਆਏਗਾ, ਹਰ ਸੈੱਲ ਦੇ ਵਿੱਚ ਬਲੱਡ ਸ਼ੂਗਰ ਦੇ ਨਾਲ ਭਰਿਆ ਹੋਇਆ ਚਾਸ਼ਨੀ ਵਰਗਾ ਜਾਏਗਾ, ਔਰ ਉਸ ਸੈੱਲ ਦੇ ਵਿੱਚ ਐਂਟਰ ਕਰਾਉਣ ਦੇ ਲਈ ਜ਼ਿਆਦਾ ਇਨਸੂਲਿਨ ਦੀ ਲੋੜ ਪਏਗੀ। ਜਿੰਨੀ ਇਨਸੂਲਿਨ ਜ਼ਿਆਦਾ ਬਣੇਗੀ, ਜਿਹੜਾ ਪ੍ਰਾਹੁਣਾ ਰੋਜ਼ ਤੁਹਾਡੇ ਘਰ ਆਵੇ ਉਹ ਪ੍ਰਾਹੁਣਾ ਨਹੀਂ ਰਹਿੰਦਾ। ਐਗਜ਼ੈਕਟਲੀ ਰਾਈਟ। ਸੋ ਉੱਦਾਂ ਹੀ ਜਿਹੜੀ ਚੀਜ਼ ਤੁਸੀਂ ਬਿਨਾਂ ਗੱਲ ਤੋਂ ਹਰ ਵਾਰ ਫਲੱਡ ਆਫ ਇਨਸੂਲਿਨ ਵੀ ਬਣਾਉਣਾ ਪੈ ਰਿਹਾ, ਹੜ ਉਹਦਾ ਵੀ ਲਿਆਉਣਾ ਪੈ ਰਿਹਾ ਤਾਂ ਕਿ ਉਹ ਫਟਾਫਟ ਸਾਡੀ ਰੈਗੂਲੇਸ਼ਨ ਆਫ ਬਲੱਡ ਸ਼ੂਗਰ ਇਨ ਦਾ ਬਲੱਡ ਹੋ ਜਾਵੇ, ਅਤੇ ਉਹ ਇਨਸੂਲਿਨ ਦੀ ਵੈਲਿਊ ਨਹੀਂ ਰਹਿਣੀ। ਸੈੱਲਸ ਉਹਨੂੰ ਪਛਾਣਨਾ ਬੰਦ ਕਰ ਦਿੰਦੇ ਆ, ਠੀਕ ਉਸ ਪ੍ਰਾਹੁਣੇ ਦੀ ਤਰ੍ਹਾਂ, ਠੀਕ ਉਸ ਸੇਲਜ਼ਮੈਨ ਦੀ ਤਰ੍ਹਾਂ ਜਿਹੜਾ ਰੋਜ਼ ਆ ਕੇ ਤੁਹਾਡਾ ਦਰਵਾਜ਼ਾ ਖੜਕਾ ਦੇਵੇ। ਅੱਛਾ। ਤੁਸੀਂ ਉਹਦੀ ਗੱਲ ਹੀ ਸੁਣਨਾ ਬੰਦ ਕਰ ਦਿੰਦੇ ਹੋ। ਤੁਸੀਂ ਉਹਨੂੰ ਦੇਖਦੇ ਹੋ ਖਿੜਕੀ 'ਚੋਂ, ਤੁਸੀਂ ਉਹਨੂੰ ਦਰਵਾਜ਼ਾ ਹੀ ਖੋਲ੍ਹਣਾ ਬੰਦ ਕਰ ਦਿੰਦੇ ਹੋ ਕਿ ਇਹਦੀ ਗੱਲ ਵੀ ਨਹੀਂ ਸੁਣਨੀ, ਕਿਉਂਕਿ ਉਹ ਤਾਂ ਰੋਜ਼ ਹੀ ਆ ਜਾਂਦਾ ਸਮਾਨ ਵੇਚਣ ਲਈ। ਬੜੀ ਸੌਖੇ ਤਰ੍ਹਾਂ, ਬਹੁਤ ਸਹਿਜ ਜਿਹੇ ਤਰੀਕੇ ਨਾਲ ਤੁਸੀਂ ਐਕਸਪਲੇਨ ਕਰ ਰਹੇ ਹੋ। ਮੈਨੂੰ ਲੱਗਦਾ ਇਸ ਤੋਂ ਬਿਹਤਰ ਐਕਸਪਲੇਨ ਨਹੀਂ ਕੀਤਾ ਜਾ ਸਕਦਾ। ਕੋਸ਼ਿਸ਼ ਹੈ। ਅਗਰ ਮੈਨੂੰ ਹਮੇਸ਼ਾ ਚੰਗਾ ਲੱਗਦਾ ਜਦੋਂ ਮੈਂ ਆਪਣੀ ਗੱਲ ਕਿਤੇ ਪਹੁੰਚਾ ਦੇਵਾਂ ਜੀ। ਸੋ ਇਨਸੂਲਿਨ ਜੇ ਜ਼ਿਆਦਾ ਬਣੇਗੀ ਤਾਂ ਉਹਦੀ ਵੈਲਿਊ ਘੱਟ ਜਾਏਗੀ, ਸੈੱਲ ਉਹਨੂੰ ਪਛਾਣਨਾ ਬੰਦ ਕਰ ਦੇਣਗੇ, ਔਰ ਉਹ ਐਕਸੈਸ ਅਮਾਊਂਟ ਦੇ ਵਿੱਚ, ਜ਼ਿਆਦਾ ਮਾਤਰਾ ਦੇ ਵਿੱਚ ਬਲੱਡ 'ਚ ਘੁੰਮਦੀ ਰਹੇਗੀ। ਇਹਦੇ ਲਈ ਵੀ ਮੈਂ ਇੱਕ ਐਗਜ਼ਾਮਪਲ ਦਿਆ ਕਰਦਾ ਆਪਣੇ ਪੇਸ਼ੈਂਟਸ ਨੂੰ। ਬਹੁਤ ਸਧਾਰਨ, ਘਰ 'ਚ ਸੁਣਨ ਵਾਲੇ ਮਹਿਲਾਵਾਂ ਸਾਡੀਆਂ ਹਾਊਸ ਵਾਈਫ ਇਸ ਟਾਈਮ ਸੁਣ ਰਹੀਆਂ ਹੋਣਗੀਆਂ, ਸਾਡੇ ਵੀਰ ਭਰਾ ਭੈਣਾਂ ਮਾਤਾਵਾਂ। ਜਿਹੜਾ ਅਚਾਰ ਦੇ ਵਿੱਚ ਤੁਸੀਂ ਚੀਨੀ ਪਾਉਂਦੇ ਹੋ, ਗੁੜ ਪਾਉਂਦੇ ਹੋ, ਸ਼ੱਕਰ ਪਾਉਂਦੇ ਹੋ, ਉਹ ਆਮ ਤੌਰ 'ਤੇ ਅਚਾਰ ਹੈ ਗਾਜਰ, ਸ਼ਲਗਮ, ਗੋਭੀ ਦਾ, ਇੰਡੀਆ ਤੋਂ ਪਾਉਂਦੇ ਆਏ ਹੋ। ਉਹ ਇੱਕ ਸੀਜ਼ਨ ਨਹੀਂ ਕੱਢਦਾ। ਉਹਦੇ 'ਚ ਇੱਕ ਉਹਦੇ ਸੈੱਲਸ ਦੇ ਵਿੱਚ ਇੰਨੀ ਜਲਦੀ ਡੀਜਨਰੇਸ਼ਨ ਜਾਂ ਡੀਕੰਪੋਜੀਸ਼ਨ ਹੁੰਦੀ ਹੈ, ਡੀਕੰਪੋਜ਼ ਹੁੰਦੇ ਹੈ ਕਿ ਉਹ ਅਚਾਰ ਕੜਕ ਸ਼ੁਰੂ ਹੁੰਦਾ ਹੈ, ਬਿਲਕੁਲ ਕੜਕ ਹੁੰਦਾ ਹੈ, ਔਰ ਉਹ ਹੌਲੀ ਹੌਲੀ ਢਿੱਲਾ ਹੋ ਕੇ ਉਹਨੂੰ ਤੁਸੀਂ ਫੰਗਸ ਵੀ, ਉੱਲੀ ਲੱਗ ਜਾਂਦੀ ਆ। ਬਹੁਤ ਛੇਤੀ ਉੱਲੀ ਲੱਗ ਜਾਂਦੀ ਹੈ ਸਾਨੂੰ। ਅਸੀਂ ਇਹਨਾਂ ਤਾਂ ਔਰਤਾਂ ਨੂੰ ਘਰ 'ਚ ਕਹਿੰਦੇ, ਅਕਸਰ ਸੁਣਦੇ ਹਾਂ ਕਿ ਵੀ ਇਹ ਅਚਾਰ ਛੇਤੀ ਖਰਾਬ ਹੋ ਜਾਣਾ, ਛੇਤੀ ਖਰਾਬ। ਜਦ ਕਿ ਅੰਬ ਦਾ ਅਚਾਰ ਜਿਹਦੇ ਵਿੱਚ ਤੇਲ ਔਰ ਨਮਕ ਹੀ ਪੂਰਾ ਦਾ ਪੂਰਾ ਪਾਇਆ ਜਾਂਦਾ ਹੈ, ਚੀਨੀ ਹੁੰਦੀ ਨਹੀਂ। ਅੰਬੀਆਂ ਵੀ ਬਿਲਕੁਲ ਕੱਚੀਆਂ ਹੁੰਦੀਆਂ ਜਿਹਨਾਂ ਵਿੱਚ ਨੈਚੁਰਲ ਸ਼ੂਗਰ ਬਣਨ ਦਾ ਮੌਕਾ ਹੀ ਨਹੀਂ ਮਿਲਿਆ ਹੁੰਦਾ, ਫਰੂਕਟੋਜ਼। ਅੰਬ ਕਿੰਨਾ ਮਿੱਠਾ ਇੱਕ ਫਰੂਟ ਆ ਜੀ, ਪਰ ਉਹਨੂੰ ਬਿਲਕੁਲ ਕੱਚਾ ਰੱਖ ਕੇ ਅਸੀਂ ਜਦੋਂ ਉਹਦਾ ਅਚਾਰ ਪਾਵਾਂਗੇ ਤਾਂ ਉਹ 'ਚ ਫਰੂਕਟੋਜ਼ ਹਲੀ ਬਣੀ ਨਹੀਂ, ਸ਼ੂਗਰ ਬਣੀ ਨਹੀਂ ਸੀਗੀ, ਉਹ ਮਿੱਠਾ ਨਹੀਂ ਬਣਿਆ, ਉਹ ਮਿੱਠਾ ਨਹੀਂ ਹੈ। ਸੋ ਉਹਦੇ ਵਿੱਚ ਚੀਨੀ ਨਹੀਂ ਹੈ, ਉਹਦੇ ਵਿੱਚ ਨਮਕ ਹੈ, ਉਹ ਕਿੰਨੇ ਸਾਲ ਕੱਢ ਜਾਂਦਾ ਹੈ। ਸੋ ਦੈਟ ਇਜ਼ ਦ ਸੇਮ ਐਗਜ਼ਾਮਪਲ ਵਿਚ ਆਈ ਗਿਵ ਟੂ ਮਾਈ ਪੇਸ਼ੈਂਟਸ ਕਿ ਜੇ ਅਸੀਂ ਆਪਣੇ ਬਲੱਡ ਦੇ ਵਿੱਚ ਸ਼ੂਗਰ ਜ਼ਿਆਦਾ ਘੁੰਮਣ ਦੇ ਦਿੱਤੀ, ਸ਼ੂਗਰ ਦੀ ਵੈਲਿਊ ਵਧਣੀ ਸ਼ੁਰੂ ਹੋ ਗਈ ਬਾਰ-ਬਾਰ, ਔਰ ਚਾਹੇ ਅਸੀਂ ਨਾਨ ਡਾਇਬਟਿਕ ਹਾਂ, ਸਾਨੂੰ ਸ਼ੂਗਰ ਦੀ ਬਿਮਾਰੀ ਨਹੀਂ ਹੋਈ, ਸਾਨੂੰ ਇਨਸੂਲਿਨ ਦੀ ਜ਼ਿਆਦਾ ਲੋੜ ਪਏਗੀ ਉਸ ਸ਼ੂਗਰ ਨੂੰ ਬਲੱਡ 'ਚ ਵਧੀ ਹੋਈ ਨੂੰ ਸੈੱਲਸ ਦੇ ਵਿੱਚ ਪਹੁੰਚਾਉਣ ਦੀ, ਤਾਂ ਕਿ ਉਹ ਯੂਜ਼ ਹੋ ਜਾਵੇ, ਤਾਂ ਸਾਡੇ ਸੈੱਲਸ ਜਲਦੀ ਏਜ ਕਰਨਗੇ। ਜਿੱਦਾਂ ਅਚਾਰ ਦੇ ਸੈੱਲਸ, ਗਾਜਰ, ਗੋਭੀ, ਸ਼ਲਗਮ ਦੇ ਸੈੱਲਸ ਏਜ ਕਰਦੇ ਆ, ਬੁੱਢੇ ਹੋ ਜਾਂਦੇ ਨੇ, ਉੱਦਾਂ ਹੀ ਸਾਡੀ ਬਾਡੀ ਨੇ ਐਕਸਲਰੇਸ਼ਨ, ਤੇਜ਼ੀ ਨਾਲ ਏਜ ਕਰਨਾ ਹੈ, ਉਹਦੀ ਉਮਰ ਵਧਣੀ ਹੈ। ਸਾਡੇ ਸੈੱਲਸ ਨੇ ਬੁੱਢੇ ਹੋ ਜਾਣਾ, ਜਲਦੀ ਪੁਰਾਣੇ ਹੋ ਜਾਣਾ। ਸੋ ਇਫ ਵੀ ਆਰ ਐਕਸਪੋਜ਼ਿੰਗ ਆਰ ਸੈਲਸ ਟੂ ਸ਼ੂਗਰ ਵੈਰੀ ਆਫਨ, ਹਾਈ ਸ਼ੂਗਰ, ਰਿਫਾਈਨਡ ਸ਼ੂਗਰ, ਤਾਂ ਅਸੀਂ ਇਹ ਇੱਕ ਸਟ੍ਰੈਸਫੁਲ ਸਿਚੁਏਸ਼ਨ ਆਪਣੀ ਬਾਡੀ ਦੇ ਵਿੱਚ ਜ਼ਿਆਦਾ ਪੈਦਾ ਕਰ ਰਹੇ ਹਾਂ, ਜਿਹਦੇ ਕਰਕੇ ਕਿ ਅਗਰ ਇਨਸੂਲਿਨ ਸਾਡੀ ਨਾਕਾਮਯਾਬ ਹੋ ਗਈ, ਪੈਦਾ ਹੋਣੀ ਸ਼ੁਰੂ ਹੋ ਗਈ, ਤਾਂ 100% ਹੈ ਕਿ ਅਸੀਂ ਪਹਿਲਾਂ ਪ੍ਰੀ ਡਾਇਬਟਿਕ ਫਿਰ ਡਾਇਬਟਿਕ ਹੋਣ ਦੇ ਵੱਲ ਨੂੰ ਜਾਵਾਂਗੇ। ਇਹ ਉਹਨਾਂ ਲੋਕਾਂ ਨੂੰ ਜ਼ਿਆਦਾ ਹੈ ਜਿਨ੍ਹਾਂ ਲੋਕਾਂ ਨੂੰ ਜੈਨੇਟਿਕ, ਜਿਨ੍ਹਾਂ ਦੀ ਅਨੁਵਾਂਸ਼ਿਕ ਤੌਰ 'ਤੇ ਜਿਨ੍ਹਾਂ ਦੇ ਪੇਰੈਂਟਸ ਨੂੰ ਡਾਇਬਟੀਜ਼ ਸੀਗੀ। ਸੋ ਉਹਨਾਂ ਦੇ ਉਹ ਪਹਿਲਾਂ ਹੀ ਐਟ ਰਿਸਕ ਹੈਗੇ ਆ।
ਉਹ ਐਟ ਰਿਸਕ ਪਹਿਲਾਂ ਹੀ ਆ, ਉਹ ਪੈਦਾ ਹੀ ਉੱਦਾਂ ਹੋਏ ਆ। ਉਹਨਾਂ ਦੇ ਅੰਦਰ ਦਾ ਜੈਨੇਟਿਕ ਸੈਟਅਪ ਹੀ ਇਦਾਂ ਦਾ ਹੈ ਕਿ ਉਹਨਾਂ ਨੂੰ ਹੋਣ ਦਾ ਅੰਦੇਸ਼ਾ ਜ਼ਿਆਦਾ ਹੈ। ਜੇ ਉਹ ਰਿਸਕ ਫੈਕਟਰ ਜੋੜ ਲੈਣਗੇ, ਉਹ ਜਿਹੜੇ ਉਹਨਾਂ ਦੇ ਹੱਥ ਵਿੱਚ ਨੇ ਉਹਨਾਂ ਨੂੰ ਕੰਟਰੋਲ ਨਹੀਂ ਕਰਨਗੇ, ਤਾਂ ਉਹਨਾਂ ਨੂੰ ਡਾਇਬੀਟੀਜ਼ ਹੋਣ ਦੀ ਸੰਭਾਵਨਾ ਆਮ ਆਦਮੀ ਤੋਂ ਬਹੁਤ ਜ਼ਿਆਦਾ ਹੈ, ਜਿਨ੍ਹਾਂ ਦੇ ਪੇਰੈਂਟਸ ਨੂੰ ਨਹੀਂ ਸੀਗੀ। ਮੇਰੇ ਪੇਰੈਂਟਸ ਨੂੰ ਨਹੀਂ ਸੀਗੀ। ਰਿਸਕ ਫੈਕਟਰ ਜਦੋਂ ਤੁਸੀਂ ਕਹਿੰਦੇ ਆ ਕਿ ਉਹ ਹੋਰ ਜੋੜ ਲੈਣਗੇ, ਇੱਕ ਤਾਂ ਜਿਹੜੀ ਹੈਰੀਡਿਟਰੀ ਉਹ ਸਮੱਸਿਆ ਹੋ ਸਕਦੀ ਹੈ, ਹੋਰ ਜਿਹੜੇ ਰਿਸਕ ਫੈਕਟਰ ਜੁੜਨ ਦੀ ਸੰਭਾਵਨਾ ਅਕਸਰ ਬਣ ਜਾਂਦੀ ਹੈ ਜਾਂ ਸਾਨੂੰ ਪਤਾ ਨਹੀਂ, ਅਸੀਂ ਗਾਹੇ ਵਗਾਹੇ ਉਹ ਰਿਸਕ ਫੈਕਟਰ ਐਡ ਕਰਦੇ ਰਹਿੰਦੇ ਹਾਂ, ਉਹਨਾਂ 'ਚ ਕਿਹਨਾਂ ਨੂੰ ਕਾਊਂਟ ਕਰਦੇ ਹੋ ਤੁਸੀਂ? ਵੈਰੀ ਗੁੱਡ ਕੁਐਸਚਨ ਵਾਂਸ ਅਗੇਨ। ਉਹਨਾਂ ਨੂੰ ਅਸੀਂ ਕਹਿੰਦੇ ਹਾਂ ਮੋਡੀਫਾਈਏਬਲ ਰਿਸਕ ਫੈਕਟਰਸ, ਜਿਨ੍ਹਾਂ ਨੂੰ ਅਸੀਂ ਮੋਡੀਫਾਈ ਕਰ ਸਕੀਏ। ਪੇਰੈਂਟਸ ਨੂੰ ਮੋਡੀਫਾਈ ਨਹੀਂ ਕਰ ਸਕਦੇ, ਪੇਰੈਂਟਸ ਨੂੰ ਚੇਂਜ ਨਹੀਂ ਕਰ ਸਕਦੇ। ਸੋ ਮੋਡੀਫਾਈਏਬਲ ਰਿਸਕ ਫੈਕਟਰਸ ਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ ਐਬਡੋਮੀਨਲ ਐਡੀਪੋਸਿਟੀ। ਇਹ ਵਰਡ ਬੜਾ ਕੰਪਲਿਕੇਟਿਡ ਹੈ, ਪਰ ਮਤਲਬ ਸਿੱਧਾ ਹੈ ਕਿ ਪੇਟ ਦੇ ਆਸ-ਪਾਸ ਚਰਬੀ ਦਾ ਜ਼ਿਆਦਾ ਜਮ੍ਹਾਂ ਹੋਣਾ। ਅੱਛਾ। ਵਿਸਰਲ ਫੈਟ, ਉਹ ਫੈਟ ਜਿਹੜਾ ਕਿ ਪੇਟ ਦੇ ਵਿੱਚ ਜਮ੍ਹਾਂ ਹੋਇਆ ਹੈ, ਉਹ ਸਾਡੇ ਆਰਗਨਸ ਨੂੰ ਇਨਐਕਟੀਵੇਟ ਕਰਦਾ ਹੈ, ਉਹਨਾਂ ਨੂੰ ਕੰਮ ਕਰਨ ਤੋਂ ਰੋਕਦਾ ਹੈ। ਲਿਵਰ ਨੂੰ ਵੀ ਸਲੋ ਡਾਊਨ ਕਰਦਾ, ਫੈਟੀ ਲਿਵਰ ਹੁੰਦਾ। ਪੈਨਕ੍ਰੀਆਸ ਦੇ ਆਸ-ਪਾਸ ਵੀ ਫੈਟ ਜਮ੍ਹਾਂ ਹੋ ਜਾਂਦਾ ਹੈ, ਔਰ ਪੈਨਕ੍ਰੀਆਸ ਨੂੰ ਵੀ ਚੰਗੀ ਇਨਸੂਲਿਨ ਬਣਾਉਣ ਤੋਂ ਰੋਕਦਾ ਹੈ। ਔਰ ਅਫਸੋਸ ਇਹ ਹੈ, ਔਰ ਹੈਰਾਨੀ ਦੀ ਗੱਲ ਇਹ ਹੈ ਕਿ ਜਿੰਨਾ ਜ਼ਿਆਦਾ ਬੈਲੀ ਫੈਟ ਹੋਏਗਾ, ਉਨੀ ਇਨਸੂਲਿਨ ਰੈਜ਼ਿਸਟੈਂਸ ਜ਼ਿਆਦਾ ਹੋਏਗੀ, ਯਾਨੀ ਕਿ ਉਨੀ ਇਨਸੂਲਿਨ ਉਸ ਇਨਸਾਨ ਦੇ ਵਿੱਚ ਕਾਮਯਾਬ ਇਨਸੂਲਿਨ ਬਣਨੀ ਘਟ ਗਈ ਹੈ। ਕਿਉਂਕਿ ਇਨਸੂਲਿਨ ਦਾ ਦੂਸਰਾ ਨਾਮ ਹੈ ਫੈਟ ਸਟੋਰੇਜ ਹਾਰਮੋਨ, ਯਾਨੀ ਕਿ ਫੈਟ ਸਟੋਰ ਹੋਣ ਦੀ ਟੈਂਡੈਂਸੀ ਵੱਧ ਜਾਏਗੀ, ਔਰ ਫੈਟ ਨੂੰ ਲੂਜ਼ ਕਰਨ ਦੀ ਕੋਸ਼ਿਸ਼ ਕਰੋਗੇ, ਡਾਈਟ ਕਰੋਗੇ, ਐਕਸਰਸਾਈਜ਼ ਕਰੋਗੇ, ਜਿਮ ਦੇ ਵਿੱਚ ਮਿਹਨਤ ਕਰੋਗੇ, ਪਸੀਨਾ ਬਹਾਓਗੇ, ਪਰ ਬੈਲੀ ਫੈਟ ਆਸਾਨੀ ਨਾਲ ਨਹੀਂ ਜਾ ਰਿਹਾ, ਤਾਂ ਸਮਝ ਲਓ ਇਨਸੂਲਿਨ ਰੈਜ਼ਿਸਟੈਂਸ ਸ਼ੁਰੂ ਹੋ ਗਈ। ਸੋ ਜਿਹੜੇ ਲੋਕ ਕਹਿੰਦੇ ਰਹਿੰਦੇ ਆ ਕਿ ਸਾਡੇ ਪੇਟ ਦੇ ਆਲੇ ਦੁਆਲੇ ਟਾਇਰ ਬਣੇ ਹੋਏ ਆ, ਉਹ ਟਾਇਰ ਪਰੇਸ਼ਾਨ ਸਿਰਫ ਇਸ ਲਈ ਕਰਦੇ ਆ ਕਿ ਸਾਡੇ ਕੱਪੜੇ ਨਹੀਂ ਫਿੱਟ ਆ ਰਹੇ, ਪਰ ਸਾਨੂੰ ਇਹ ਨਹੀਂ ਪਤਾ ਕਿ ਅੰਦਰ ਜੋ ਚੱਲ ਰਿਹਾ ਹੈ, ਇਹ ਅਸੀਂ ਹੋ ਸਕਦਾ ਕਿ ਡਾਇਬੀਟੀਜ਼ ਨੂੰ ਸੱਦਾ ਦੇ ਰਹੇ ਹਾਂ। ਉਹ ਇੱਕ ਤੂਫਾਨ ਹੈ। ਹਾਂ, ਬਾਹਰੋਂ ਤਾਂ ਅਸੀਂ ਅਨਕੰਫਰਟੇਬਲ ਹੈਗੇ ਹਾਂ, ਪਰ ਅੰਦਰ ਦਾ ਅਨਕੰਫਰਟੇਬਲ ਅਸੀਂ ਹੋਣਾ ਹਜੇ ਮਹਿਸੂਸ ਨਹੀਂ ਕੀਤਾ ਜਾਂ ਅਸੀਂ ਸੋਚਿਆ ਨਹੀਂ ਹੈ। ਇਹ ਇੱਕ ਬਹੁਤ ਵੱਡੀ ਇੰਡੀਕੇਸ਼ਨ ਹੈ ਕਿ ਜੇ ਤੁਹਾਡੇ ਪੇਟ ਦੇ ਦੁਆਲੇ ਜਿਹੜੇ ਟਾਇਰ ਬਣ ਰਹੇ ਆ, ਜਿਹਨੂੰ ਤੁਸੀਂ ਵਿਸਰਲ ਫੈਟ ਦਾ ਨਾਮ ਦਿੱਤਾ, ਉਹ ਕੰਟਰੋਲ ਸਹੀ ਟਾਈਮ 'ਤੇ ਕਰ ਲਈ ਜਾਏ, ਤਾਂ ਇਹ ਸਾਡਾ ਪ੍ਰੀਵੈਂਸ਼ਨ ਦਾ ਇੱਕ ਸਟੈਪ ਹੋ ਸਕਦਾ ਹੈ। ਜੀ, ਬਹੁਤ ਅੱਛਾ। ਅਫਸੋਸ ਦੀ ਗੱਲ ਇਹ ਹੈ ਕਿ ਉਹ ਜਾਂਦਾ ਸਭ ਤੋਂ ਬਾਅਦ 'ਚ, ਪਹਿਲਾਂ ਬਾਡੀ ਦਾ ਫੈਟ ਜਾਂਦਾ ਹੈ। ਔਰ ਕਿਉਂਕਿ ਮੈਂ weight loss ਕੰਸਲਟਿੰਗ ਕਰਦਾ, ਤਾਂ ਮੈਨੂੰ ਕੁਐਸਚਨ ਪੁੱਛਦੇ ਜੀ ਬੈਲੀ ਫੈਟ ਨਹੀਂ ਜਾ ਰਿਹਾ, ਤਾਂ ਮੈਂ ਜਵਾਬ ਦਿੰਦਾ ਫਰਸਟ ਹਾਇਰਡ ਇਜ਼ ਦ ਲਾਸਟ ਫਾਇਰਡ। ਉਹ ਕਹਿੰਦੇ ਆਹ ਕੀ ਮਤਲਬ ਹੋਇਆ? ਮੈਂ ਕਹਿੰਦਾ ਸਭ ਤੋਂ ਪਹਿਲਾਂ ਫੈਟ ਕਿੱਥੇ ਆਇਆ ਸੀ? ਕਹਿੰਦੇ ਜੀ ਪੇਟ ਤੇ ਆਇਆ ਸੀ। ਮੈਂ ਕਿਹਾ ਇਹਨੇ ਐਂਡ 'ਚ ਜਾਣਾ ਹੈ। ਮੈਂ ਇੱਦਾਂ ਸਮਝਾਉਣਾ ਕਿ ਤੁਸੀਂ ਹਲੇ ਲੱਗੇ ਰਹੋ, ਪਰ ਲੋਕ ਟੈਂਡੈਂਸੀ ਹੁੰਦੀ ਪਹਿਲਾਂ ਹੀ ਛੱਡ ਜਾਂਦੇ ਆ। ਉਹ ਅਸੀਂ ਅਕਸਰ ਇਹ ਗੱਲ ਕਹਿੰਦੇ, ਅਸੀਂ ਇੰਨੀ ਤਾਂ ਐਕਸਰਸਾਈਜ਼ ਕਰਦੇ ਹਾਂ, ਪੇਟ ਤਾਂ ਘਟਦਾ ਨਹੀਂ ਹੈਗਾ, ਪੇਟ ਤਾਂ ਘਟਦਾ ਨਹੀਂ ਹੈਗਾ। ਕਿ ਜਿਹੜੇ ਰਿਸਕ ਫੈਕਟਰਸ ਕਿਹੜੇ ਨੇ ਜਿਨ੍ਹਾਂ ਦੇ ਵਿੱਚ ਖਾਸ ਤੌਰ 'ਤੇ ਤੁਸੀਂ ਸੰਦੀਪ ਜੀ ਜ਼ਿਕਰ ਕੀਤਾ, ਕਿ ਜਿਹੜੀ ਬੈਲੀ ਫੈਟ ਹੈਗੀ ਆ ਜਾਂ ਵਿਸਰਲ ਫੈਟ ਜਮ੍ਹਾਂ ਹੋਈ ਹੁੰਦੀ ਆ, ਉਹ ਤੁਹਾਨੂੰ ਇੱਧਰ ਨੂੰ ਡਾਇਰੈਕਟ ਕਰ ਸਕਦੀ ਹੈ। ਮੇ ਬੀ ਇਹਦਾ ਰਿਜ਼ਲਟ ਡਾਇਬੀਟੀਜ਼ ਵੀ ਹੋ ਸਕਦਾ। ਹੋਰ ਕੁਝ ਜਿਹੜੇ ਖਾਸ ਕਰਕੇ ਰਿਸਕ ਫੈਕਟਰਸ ਦਾ ਤੁਸੀਂ ਜ਼ਿਕਰ ਕਰਨਾ ਚਾਹੋ? ਜੀ, ਸਭ ਤੋਂ ਵੱਡਾ ਰਿਸਕ ਫੈਕਟਰ ਜਿਹੜਾ ਤੁਸੀਂ ਸਭ ਤੋਂ ਪਹਿਲਾਂ ਜ਼ਿਕਰ ਕੀਤਾ, ਜਿਹਦੇ ਬਾਰੇ ਕਿ ਸਾਡੀ ਇਹ ਟੈਂਡੈਂਸੀ ਹੋਣਾ ਕਿ ਮੈਨੂੰ ਕੁਛ ਨਹੀਂ ਹੁੰਦਾ, ਮੈਨੂੰ ਕੁਛ ਨਹੀਂ ਹੋਣਾ, ਇੱਕ ਵਿਸ਼ਫੁਲ ਥਿੰਕਿੰਗ ਦਾ ਫਿਨੋਮੀਨਾ ਹੈ। ਅੱਛਾ। ਜਿੱਦਾਂ ਕਿ ਅਸੀਂ ਕਦੀ ਸੋਚਦੇ ਨਹੀਂ ਸਾਡਾ ਤਾਂ ਐਕਸੀਡੈਂਟ ਹੋਣਾ ਹੀ ਨਹੀਂ, ਤਾਂ ਅਸੀਂ ਰੈਸ਼ ਡਰਾਈਵਿੰਗ ਕਰਨ ਲੱਗ ਪੈਂਦੇ ਹਾਂ, ਕਿਉਂਕਿ ਸਾਡਾ ਤਾਂ ਹੋਣਾ ਹੀ ਨਹੀਂ, ਅਸੀਂ ਤਾਂ ਹੀ ਮੰਨਦੇ ਹਾਂ, ਸਾਡੇ 'ਤੇ ਤਾਂ ਕੋਈ ਖਾਸ ਆਸ਼ੀਰਵਾਦ ਆ ਉੱਪਰੋਂ, ਰਾਈਟ। ਪਰ ਜੇ ਬਾਡੀ ਨੂੰ ਅਸੀਂ ਅਬਿਊਜ਼ ਕਰਾਂਗੇ, ਤਾਂ ਬਾਡੀ ਨੇ ਕਿਤੇ ਨਾ ਕਿਤੇ ਤਾਂ ਕੋਈ ਨਾ ਕੋਈ ਤਾਂ ਨੁਕਸ ਹੋਊਗਾ। ਜੇ ਅਸੀਂ ਰੈਸ਼ ਡਰਾਈਵਿੰਗ ਕਰਾਂਗੇ, ਚਲੋ ਐਕਸੀਡੈਂਟ ਨਹੀਂ ਹੁੰਦਾ, ਪਰ ਗੱਡੀ ਦੀ ਐਫੀਸ਼ੀਐਂਸੀ ਦੇ ਵਿੱਚ ਉਹਦੀਆਂ ਬ੍ਰੇਕਾਂ ਜ਼ਿਆਦਾ ਘਿਸਣਗੀਆਂ, ਉਹਦੇ ਟਾਇਰ ਜ਼ਿਆਦਾ ਘਿਸਣਗੇ, ਉਹਦਾ ਇੰਜਨ ਵੇਅਰ ਐਂਡ ਟੀਅਰ ਵਧੇਗੀ, ਜੇ ਅਸੀਂ ਉਹਨੂੰ ਇੱਕ ਤਰੀਕੇ ਨਾਲ ਨਹੀਂ ਚਲਾ ਰਹੇ। ਉਸੇ ਤਰੀਕੇ ਨਾਲ ਸਾਡੀ ਬਾਡੀ ਹੈ, ਜੇ ਅਸੀਂ ਆਪਣੀ ਬਾਡੀ ਨੂੰ ਅਬਿਊਜ਼ ਕਰਦੇ ਹਾਂ ਵਿਦ ਦ ਰੋਂਗ ਟਾਈਪ ਆਫ ਫੂਡਸ, ਜਿਹੜੇ ਕਿ ਖਾਣੇ ਨੇ, ਜਿਹੜੇ ਕਿ ਬਹੁਤ ਜ਼ਿਆਦਾ ਰਿਫਾਈਨਡ ਖਾਣੇ ਨੇ, ਜਿਨ੍ਹਾਂ ਦੇ ਵਿੱਚ ਕੌਨਸਨਟ੍ਰੇਟਡ ਸੋਰਸ ਆਫ ਐਨਰਜੀ ਹੈ, ਸ਼ੂਗਰ ਹੈ, ਜਾਂ ਫਿਰ ਰਿਫਾਈਨਡ ਔਰ ਜਿਹਨੂੰ ਅਸੀਂ ਕਹਿੰਦੇ ਹਾਂ ਬੜੀ ਛੇਤੀ ਐਨਰਜੀ ਰਿਲੀਜ਼ ਕਰਨ ਦੀ ਟੈਂਡੈਂਸੀ ਹੈ, ਉਹ ਰਿਫਾਈਨਡ ਸ਼ੂਗਰ ਹੈ ਜਾਂ ਰਿਫਾਈਨਡ ਫੂਡਸ ਨੇ, ਜਿਨ੍ਹਾਂ ਦੇ ਵਿੱਚ ਫਾਈਬਰ ਨਹੀਂ ਹੈ। ਅੱਛਾ।
ਨੇਚਰ ਨੇ ਫਾਈਬਰ ਦੇ ਵਿੱਚ ਕੈਦ ਕਰਕੇ ਸ਼ੂਗਰ ਸਾਨੂੰ ਦਿੱਤੀ ਹੈ, ਜਿੱਦਾਂ ਕਿ ਫਰੂਟਸ ਦੇ ਵਿੱਚ। ਠੀਕ ਹੈ। ਮੈਂ ਆਪਣੇ ਪੇਸ਼ੈਂਟਸ ਨੂੰ ਜਦੋਂ ਸਮਝਾਉਣਾ ਹੁੰਦਾ ਤਾਂ ਮੈਂ ਸਮਝਾਉਣਾ ਕਿ ਚਾਸ਼ਨੀ ਅਗਰ ਗਿਰ ਜਾਵੇ ਟੇਬਲ ਦੇ ਉੱਤੇ, ਉਹਨੂੰ ਸਾਫ਼ ਕਰਨਾ ਕਿੰਨਾ ਸੌਖਾ ਹੈ। ਉਹਦੇ ਉੱਤੇ ਇੱਕ ਵਾਈਪ ਫੇਰੋ ਤਾਂ ਤੁਹਾਡੀ ਟੇਬਲ ਬਿਲਕੁਲ ਸਾਫ਼ ਹੋ ਜਾਂਦੀ ਹੈ। ਪਰ ਜੇ ਚਾਸ਼ਨੀ ਗਿਰ ਜਾਵੇ ਤੁਹਾਡੇ ਕੱਪੜੇ ਤੇ ਤੁਹਾਨੂੰ ਵਾਸ਼ਰੂਮ ਜਾ ਕੇ ਸਿੰਕ ਵਿੱਚ ਜਾ ਕੇ ਉਹਨੂੰ ਮਸਲਣਾ ਪੈਂਦਾ। ਉਹਦਾ ਕੀ ਮਤਲਬ ਹੈ? ਉਹਦਾ ਮਤਲਬ ਇਹ ਹੈ, ਆਮ ਆਦਮੀ ਸਮਝ ਲੈਂਦਾ ਹੈ ਕਿ ਜਿਹੜੀ ਚੀਜ਼ ਫਾਈਬਰ ਦੇ ਵਿੱਚ ਕੱਪੜੇ ਦੇ ਰੇਸ਼ੇ ਦੇ ਵਿੱਚ ਰਚ ਗਈ, ਰਮ ਗਈ, ਉਹਦੇ ਵਿੱਚੋਂ ਦੀ ਚਾਸ਼ਨੀ ਨੂੰ ਕੱਢਣਾ ਔਖਾ ਹੋ ਗਿਆ, ਰਿਲੀਜ਼ ਕਰਨਾ। ਠੀਕ ਉਸੇ ਤਰੀਕੇ ਨਾਲ ਉਹੀ ਸ਼ੂਗਰ ਹੈ। ਰਿਫਾਈਨਡ ਸ਼ੂਗਰ, ਚੀਨੀ ਦੇ ਦਾਣੇ ਬਿਲਕੁਲ ਅੰਦਰ ਜਾਂਦੇ ਸਾਰੀ ਘੁਲਣਗੇ, ਨਾਲੋਂ ਨਾਲ ਸ਼ੂਟ ਅਪ ਕਰਨਗੇ ਬਲੱਡ ਦੇ ਵਿੱਚ ਸ਼ੂਗਰ ਦਾ ਲੈਵਲ। ਠੀਕ ਹੈ। ਜਦ ਕਿ ਫਰੂਟ ਦੇ ਵਿੱਚ ਉਸ ਫਾਈਬਰ, ਉਸ ਰੇਸ਼ੇ ਦੇ ਵਿੱਚ ਟਰੈਪਡ ਹੈ ਸ਼ੂਗਰ। ਉਹਨੂੰ ਕੱਢਣ ਦੇ ਲਈ ਬਾਡੀ ਨੂੰ ਮਿਹਨਤ ਕਰਨੀ ਪਏਗੀ, ਜਿੱਦਾਂ ਤੁਹਾਨੂੰ ਮਿਹਨਤ ਕਰਨੀ ਪਈ ਉਸ ਕੱਪੜੇ ਨੂੰ ਮਲਣ ਦੀ। ਉਹੀ ਚਰਨਿੰਗ ਸਾਡੀ ਬਾਡੀ ਨੂੰ, ਸਾਡੀ ਇੰਟੈਸਟਾਈਨ ਨੂੰ ਕਰਨੀ ਪਏਗੀ ਟੂ ਬ੍ਰੇਕ ਡਾਊਨ ਦੈਟ ਫੂਡ। ਸੋ ਜਿਹੜੀ ਸਿੱਧੀ ਸ਼ੂਗਰ ਹੈ ਉਹ ਇੱਕਦਮ ਸਾਡੀ ਬਾਡੀ ਦੇ ਵਿੱਚ ਨਹੀਂ ਜਾਣੀ ਚਾਹੀਦੀ ਜੀ। ਫਰੂਟ ਦੀ ਜਿਹੜੀ ਤੁਸੀਂ ਉਦਾਹਰਨ ਦਿੱਤੀ ਹੈ ਕਿ ਫਰੂਟ ਦੇ ਵਿੱਚ ਇਸ ਢੰਗ ਦੇ ਨਾਲ ਸਾਡੇ ਨਾਲ ਉਹ ਰੇਸ਼ਾ ਵੀ ਜਾ ਰਿਹਾ ਹੈ, ਜਿਹਨੂੰ ਫਾਈਬਰ ਅੰਗਰੇਜ਼ੀ ਦੇ ਵਿੱਚ ਆਪਾਂ ਕਹਿੰਦੇ, ਪੰਜਾਬੀ 'ਚ ਰੇਸ਼ੇ ਕਹਿ ਦਿੰਦੇ ਹਾਂ, ਉਹ ਵੀ ਨਾਲ ਹੈ ਨਾ, ਉਹ ਚੀਜ਼ ਰੇਸ਼ੇਦਾਰ ਚੀਜ਼ ਵੀ ਜਾ ਰਹੀ ਹੈ। ਇਸ ਕਰਕੇ ਕੋਈ ਬਹੁਤਾ ਉਹਦਾ ਨੁਕਸਾਨ ਨਹੀਂ ਹੋ ਰਿਹਾ। ਪਰ ਜਿਹਨੂੰ ਰਿਫਾਈਨ ਕਰਕੇ ਪਿਓਰ ਸ਼ੂਗਰ ਕੱਢ ਕੇ ਬਣਾ ਲਈ ਗਈ ਹੈ, ਉਹਨੇ ਤੰਗ ਕਰਨਾ ਹੀ ਕਰਨਾ ਜੀ। ਜਿੰਨੀ ਮਠਿਆਈ ਖਾ ਲਈ, ਉਹ ਜਿੰਨੀ ਮਿਠਾਈ ਖਾ ਲਈ ਉਨੀ ਸਿੰਪਲ ਕਾਰਬੋਹਾਈਡਰੇਟ ਹੈ, ਔਰ ਜਿੰਨਾ ਫਰੂਟ ਖਾਦਾ ਉਨਾ ਹੀ ਕੰਪਲੈਕਸ ਕਾਰਬੋਹਾਈਡਰੇਟ ਹੈ। ਜਿੰਨਾ ਫਾਈਬਰ ਹੋਏਗਾ ਉਨਾ ਕੰਪਲੈਕਸ ਦੀ ਤਰਫ ਫੂਡ ਆਈਟਮ ਜਾਂਦੀ ਹੈ। ਓਕੇ। ਜਿੰਨੀ ਰਿਫਾਈਨ ਹੁੰਦੀ ਜਾਏਗੀ ਉਹ 'ਚੋਂ ਛਿਲਕਾ ਕੱਢਦੇ ਜਾਵਾਂਗੇ, ਉਹ 'ਚੋਂ ਫਾਈਬਰ ਕੱਢਦੇ ਜਾਵਾਂਗੇ, ਉਨੀ ਉਹ ਰਿਫਾਈਨ ਹੁੰਦੀ ਜਾਏਗੀ। ਕੈਂਡੀਜ਼ ਰਿਫਾਈਨਡ ਨੇ, ਸ਼ੂਗਰ ਰਿਫਾਈਨਡ ਹੈ, ਗੁਲਾਬ ਜਾਮੁਨ ਰਿਫਾਈਨਡ ਹੈ, ਰਸਗੁੱਲਾ ਰਿਫਾਈਨਡ ਹੈ, ਰਾਈਟ। ਸੋ ਬਿਕੋਜ਼ ਇਟ ਇਜ਼ ਡਿਪਡ ਇਨ ਸ਼ੂਗਰ ਸਿਰਪ, ਚਾਸ਼ਨੀ ਦੇ ਵਿੱਚ ਡੁੱਬਿਆ ਹੋਇਆ, ਰਾਈਟ। ਸੋ ਉਨਾ ਹੀ ਅਸੀਂ ਅਬਿਊਜ਼ ਕਰ ਰਹੇ ਹਾਂ। ਸੋ ਇਹ ਇੱਕ ਰਿਸਕ ਫੈਕਟਰ ਹੈ। ਜਿਹੜੇ ਲੋਕ ਸੋਚਦੇ ਨੇ ਕਿ ਮੈਨੂੰ ਡਾਇਬਟੀਜ਼ ਨਹੀਂ ਹੈ। ਤੁਸੀਂ ਮਠਿਆਈਆਂ ਦੇ ਨਾਂ ਲੈ ਰਹੇ ਸੀ, ਮੈਨੂੰ ਖਿਆਲ ਆ ਰਿਹਾ ਵਿੱਚ ਸ਼ੂਗਰ ਦਾ ਵੀ ਤੁਸੀਂ ਨਾਂ ਲਿਆ। ਆਪਣੇ ਕਹਿੰਦੇ ਹੁੰਦੇ ਸੀ ਮਿਸ਼ਰੀ ਖਾਣੀ ਬੜੀ ਚੰਗੀ ਆ, ਗੁੜ ਖਾਣਾ ਬੜਾ ਚੰਗਾ ਆ, ਉਹਦੇ ਬਾਰੇ ਵੀ ਦੱਸੋ ਥੋੜ੍ਹਾ ਜਿਹਾ। ਗੁੜ, ਸ਼ੱਕਰ, ਮਿਸ਼ਰੀ ਅੱਛਾ ਲੈਸ ਰਿਫਾਈਨਡ ਹੈ, ਪਰ ਹੈਗੇ ਰਿਫਾਈਨਡ ਹੀ ਆ। ਹੁਣ ਮਿਸ਼ਰੀ ਉਹ ਧਾਗੇ ਜਿਹੜਾ ਇਹ ਕਹੀ ਜਾਓ, ਨਾਲ ਸ਼ੱਕਰ ਵੀ ਖਾਈ ਚਲੋ, ਨਾਲ ਗੁੜ ਵੀ, ਕਿ ਨਹੀਂ ਇਹਦਾ ਕੋਈ ਨੁਕਸਾਨ ਨਹੀਂ, ਇਹਦਾ ਕੋਈ ਨੁਕਸਾਨ ਨਹੀਂ, ਇਹ ਵੀ ਸਾਡਾ ਭੁਲੇਖਾ ਆ। ਗੁੜ ਇਜ਼ ਕੇਨ ਸ਼ੂਗਰ, ਡਰਾਈਵਡ ਫਰੋਮ ਕੇਨ ਸ਼ੂਗਰ, ਗੰਨੇ ਤੋਂ ਬਣੀ, ਉਸ ਤੋਂ ਹੀ ਬਣਦੀ ਹੈ ਚੀਨੀ। ਉਹਨੂੰ ਡੀ ਕਲਰ ਕਰ ਦਿੰਦੇ ਹਾਂ ਅਸੀਂ, ਉਹਦਾ ਕਲਰ ਰਿਪ ਆਫ ਕਰ ਦਿੰਦੇ ਹਾਂ, ਹਟਾ ਦਿੰਦੇ ਹਾਂ ਬਾਏ ਡੂਇੰਗ ਅਲਟਰਾ ਰਿਫਾਈਨਿੰਗ ਪ੍ਰੋਸੈਸ, ਬਟ ਉਹ ਹੈ ਤਾਂ ਗੰਨੇ ਦਾ ਹੀ ਬਣਿਆ। ਠੀਕ ਹੈ। So gur, shakkar or chini, everything comes from cane sugar, and it has got the similar glycemic index. That is a very good concept ਜਿਹੜਾ ਸਾਨੂੰ ਡਿਸਕਸ ਕਰ ਲੈਣਾ ਚਾਹੀਦਾ। ਉਹਨੂੰ ਅਸੀਂ GI ਕਹਿੰਦੇ ਹਾਂ। ਅੱਛਾ। ਗਲਾਈਸੈਮਿਕ ਇੰਡੈਕਸ ਇੱਕ ਕਨਸੈਪਟ ਹੈ, how fast the sugar will be released from a food when we eat it. ਜਿੰਨਾ ਰਿਫਾਈਨਡ ਫੂਡ ਹੈ ਉਹਨਾਂ ਗਲਾਈਸੈਮਿਕ ਇੰਡੈਕਸ ਹਾਈ ਆ। ਸੋ ਜਿੰਨਾ ਸਟੀਪ ਸਾਡੀ ਬਾਡੀ ਦੇ ਵਿੱਚ, ਸਾਡੇ ਬਲੱਡ ਦੇ ਵਿੱਚ ਸ਼ੂਗਰ ਰਿਲੀਜ਼ ਹੋ ਰਹੀ ਹੈ, ਉਨਾ ਹੀ ਹਾਈ ਗਲਾਈਸੈਮਿਕ ਇੰਡੈਕਸ ਵਾਲਾ ਫੂਡ ਹੈ। ਜਿੰਨੇ ਲੋ ਗਲਾਈਸੈਮਿਕ ਇੰਡੈਕਸ ਵਾਲੇ ਫੂਡ ਨੇ ਉਹਨਾਂ ਦੇ ਵਿੱਚ ਉਨਾ ਹੀ ਫਾਈਬਰ ਹੈ, ਜਾਂ ਪ੍ਰੋਟੀਨ ਹੈ, ਜਾਂ ਫੈਟ ਹੈ, ਜਾਂ ਘੱਟ ਸ਼ੂਗਰ ਹੈ। ਇਸੇ ਕਰਕੇ ਉਹਨੂੰ ਬ੍ਰੇਕ ਡਾਊਨ ਕਰਨ ਦੇ ਵਿੱਚ ਸਾਡੀ ਬਾਡੀ ਨੂੰ ਜ਼ਿਆਦਾ ਦੇਰ ਲੱਗਣੀ ਹੈ, ਜ਼ਿਆਦਾ ਮਿਹਨਤ ਲੱਗਣੀ ਹੈ। ਇਸ ਕਰਕੇ ਉਹਨੇ ਉਹ ਫਲੱਡ ਬਲੱਡ ਸ਼ੂਗਰ ਦਾ ਨਹੀਂ ਲੈ ਕੇ ਆਉਣਾ ਸਾਡੀ ਬਾਡੀ ਦੇ ਵਿੱਚ ਜਦੋਂ ਉਹਨੇ ਜਾਣਾ ਅੰਦਰ। ਓਕੇ, ਹੁਣ ਇੱਥੇ ਇੱਕ ਚੀਜ਼ ਹੋਰ ਦੱਸਿਓ ਜੀ। ਫਰੂਟ ਜੂਸ, ਤੀਜੀ ਚੀਜ਼ ਆ ਗਈ ਸਮੂਦੀ। ਫਰੂਟ ਜੂਸ, ਸਮੂਦੀ। ਹੁਣ ਇਹਨਾਂ ਦੇ ਵਿੱਚੋਂ ਕੀ ਚੂਜ਼ ਕਰੀਏ ਤਾਂ ਕਿਵੇਂ? ਮੇਰੇ ਵਿਚਾਰ ਵਿੱਚ ਫਰੂਟ ਖਾਣਾ ਠੀਕ ਰਹੇਗਾ ਅਗਰ ਮਿਠਾਸ ਦਾ ਸ਼ੌਂਕ ਹੈ। ਅੱਛਾ। ਔਰ ਕਿਉਂਕਿ ਨਾਲ ਫਾਈਬਰ ਨਾਲ ਫਾਈਬਰ ਹੈ, ਬਾਡੀ ਨੂੰ ਦੇਰ ਲੱਗਣੀ ਹੈ, ਔਰ ਉਹਨੇ ਤੁਹਾਨੂੰ ਸੈਟਾਈਟੀ ਦੇਣੀ ਹੈ, ਉਹਨੇ ਤੁਹਾਡੇ ਪੇਟ ਦੇ ਵਿੱਚ ਜਾ ਕੇ ਕੁਛ ਜਗ੍ਹਾ ਘੇਰਨੀ ਹੈ, ਵੋਲਿਊਮ ਘੇਰਨਾ ਹੈ। ਇਹ ਵੀ ਯਾਦ ਹੋਣਾ ਜ਼ਰੂਰੀ ਹੈ, ਸਾਨੂੰ ਪਤਾ ਹੋਣਾ ਜ਼ਰੂਰੀ ਹੈ ਕਿ ਪੇਟ ਦਾ ਜਿਹੜਾ 75% ਸਟਮਕ ਜਿਹੜਾ ਸਾਡਾ ਥੈਲੀ ਹੈ, ਜਿੱਥੇ ਖਾਣਾ ਜਾਂਦਾ ਆ, ਉੱਥੇ ਕੁਛ ਦੇਰ ਉਹ ਖਾਣਾ ਸਟੋਰਡ ਰਹਿੰਦਾ ਹੈ, ਔਰ ਉੱਥੇ ਫਿਰ ਐਸਿਡ ਉਹਦੇ ਉੱਤੇ ਕੰਮ ਕਰਦਾ ਹੈ,
ਔਰ ਉਹਨੂੰ ਅੱਗੇ ਪੁਸ਼ ਕਰਨਾ ਸ਼ੁਰੂ ਕਰਦਾ ਹੈ ਇਨ ਦ ਸਮਾਲ ਇੰਟੈਸਟਾਈਨ, ਛੋਟੀ ਆਂਤ ਦੇ ਵਿੱਚ। ਅਗਰ ਉਹ ਖਾਣਾ ਜਿਹੜਾ ਉਹਨਾਂ ਕੁ ਅਸੀਂ ਖਾਣਾ ਖਾਈਏ ਕਿ 75% ਆਫ ਦ ਵੋਲੀਅਮ ਆਫ ਦ ਸਟਮਕ ਇਜ਼ ਆਕੂਪਾਈਡ, ਅਤੇ ਉੱਪਰ ਦੇ ਹਿੱਸੇ ਦੇ ਵਿੱਚ ਪੇਟ ਦੇ ਵਿੱਚ ਉਹ ਸੈਲਸ ਪਏ ਨੇ ਜਿਹੜੇ ਕਿ ਸੈਟਾਈਟੀ ਹਾਰਮੋਨ ਬਣਾਉਂਦੇ ਨੇ, ਜਿਹੜੇ ਕਿ ਫੁੱਲਨੈਸ ਹਾਰਮੋਨ ਬਣਾਉਂਦੇ ਨੇ, ਜਿਹਨੂੰ ਅਸੀਂ ਕਹਿੰਦੇ ਹਾਂ ਲੈਪਟਿਨ। ਇੱਕ ਹਾਰਮੋਨ ਹੈ ਗ੍ਰੈਲਿਨ, ਗ੍ਰੈਲਿਨ ਯਾਨੀ ਕਿ ਹੰਗਰ ਹਾਰਮੋਨ। ਅੱਛਾ। ਉਹ ਸਿਕਰੀਟ ਹੁੰਦਾ ਜਦੋਂ ਭੁੱਖ ਲੱਗਦੀ ਹੈ। ਹੁਣ ਮੇਰੇ ਵਿੱਚ ਇਸ ਟਾਈਮ ਲੰਚ ਟਾਈਮ ਹੈ, ਗ੍ਰੈਲਿਨ ਵਧਿਆ ਹੋਇਆ, ਪਰ ਜਦੋਂ ਅਸੀਂ ਖਾਣਾ ਖਾਣਾ ਸ਼ੁਰੂ ਕਰਾਂਗੇ ਤਾਂ 15-20 ਮਿੰਟ ਲੱਗਣੇ ਆ, ਉਹ ਗ੍ਰੈਲਿਨ ਨੇ ਘੱਟ ਜਾਣਾ ਔਰ ਲੈਪਟਿਨ ਨੇ ਸ਼ੁਰੂ ਹੋ ਜਾਣਾ ਬਣਨਾ, ਕਿਉਂਕਿ ਖਾਣੇ ਨੇ ਪੇਟ ਦੇ ਉੱਪਰ ਦੇ ਹਿੱਸੇ ਦੇ ਸੈਲਸ ਨੂੰ ਟੱਚ ਕਰਨਾ ਸ਼ੁਰੂ ਕਰ ਦੇਣਾ, ਜਦੋਂ ਕਿ ਉਹਨੇ ਬ੍ਰੇਨ ਨੂੰ ਮੈਸੇਜ ਦੇਣਾ ਹੈ ਕਿ ਬਈ ਖਾਣਾ ਆ ਗਿਆ, ਹੁਣ ਭਰ ਰਿਹਾ ਪੇਟ, ਤਾਂ ਲੈਪਟਿਨ ਆ ਜਾਣਾ, ਜਿਹਨੂੰ ਅਸੀਂ ਕਹਿੰਦੇ ਹਾਂ ਫੁੱਲਨੈਸ ਹਾਰਮੋਨ। ਅੱਛਾ। ਹੁਣ ਇਹ ਗੁਲਾਬ ਜਾਮੁਨ ਜਾਂ ਮਿਠਾਈ ਜਾਂ ਕੋਈ ਵੀ ਕੇਕ ਦਾ ਪੀਸ, ਇਹਨਾਂ ਦਾ ਵੋਲੀਅਮ ਘੱਟ ਹੈ, ਕੈਲਰੀਜ਼ 300-400 ਬੜੇ ਆਰਾਮ ਨਾਲ 1-2 ਪੀਸਿਸ ਦੇ ਵਿੱਚ ਹੁੰਦੀਆਂ ਨੇ। ਬਿਲਕੁਲ। ਸੋ ਤੁਸੀਂ ਕੈਲਰੀਜ਼ ਜ਼ਿਆਦਾ ਲੈ ਜਾਂਦੇ ਹੋ, ਔਰ ਲੈਪਟਿਨ ਸਟਿਮੂਲੇਟ ਨਹੀਂ ਹੋਇਆ ਹੁੰਦਾ, ਉਹ ਨਹੀਂ ਹੋਇਆ ਹੁੰਦਾ ਕਿਉਂਕਿ ਜਗ੍ਹਾ ਨਹੀਂ ਭਰੀ ਉਹਦੇ ਕਰਕੇ ਖਾਣੇ ਦੀ ਭੁੱਖ ਹਲੇ ਵੀ ਬਾਕੀ ਹੈ। ਰਾਈਟ ਜੀ। ਸੋ ਇਸ ਕਰਕੇ ਫਰੂਟ ਇਜ਼ ਬੈਟਰ ਬਿਕੋਜ਼ ਫਰੂਟ ਆਕੂਪਾਈਜ਼ ਮੋਰ ਵੋਲੀਅਮ ਐਂਡ ਯੋਰ ਸਟਮਕ ਹੈਜ਼ ਟੂ ਵਰਕ ਹਾਰਡਰ ਐਂਡ ਸਟਿਲ ਦ ਕੈਲਰੀਜ਼ ਆਰ ਲੈਸ ਇਨ ਕੰਪੈਰੀਜ਼ਨ ਟੂ ਦ ਫਰੂਟ ਜੂਸ, ਜਿਹਦੇ ਵਿੱਚ ਕੌਨਸੈਂਟਰੇਟਿਡ ਕੈਲਰੀਜ਼ ਨੇ, ਚੀਨੀ ਹੈ, ਫਰੂਟ ਸ਼ੂਗਰ, ਸੁਕਰੋਜ਼ ਹੈ, ਔਰ ਫੁੱਲਨੈਸ ਵੈਲਿਊ ਘੱਟ ਹੈ, ਕਿਉਂਕਿ ਉਹ ਕੰਮ ਤਾਂ ਪਾਣੀ ਨੇ ਵੀ ਕਰ ਜਾਣਾ ਸੀਗਾ ਪਿਆਸ ਬੁਝਾਉਣ ਦਾ, ਜਿਹੜਾ ਤੁਸੀਂ ਜੂਸ ਤੋਂ ਲੈ ਰਹੇ ਹੋ। ਫਿਰ ਗੱਲ ਆਉਂਦੀ ਸਮੂਦੀ ਦੀ। ਜੀ। ਸਮੂਦੀ ਦੇ ਵਿੱਚ ਤੁਸੀਂ ਅਲੱਗ-ਅਲੱਗ ਚੀਜ਼ਾਂ ਹੋਰ ਪਾਉਂਦੇ ਹੋ ਔਰ ਉਹਨੂੰ ਸਮੂਥ ਬਣਾਉਂਦੇ ਹੋ ਬਾਈ ਬਲੈਂਡਿੰਗ ਇਟ, ਬਟ ਫਰੂਟ ਪੈਂਦਾ ਪਰ ਘੱਟ ਪੈਂਦਾ, ਅਦਰ ਥਿੰਗਸ ਆਰ ਦੇਅਰ। ਅੱਛਾ। ਪ੍ਰੋਟੀਨ ਵਾਲੀਆਂ ਚੀਜ਼ਾਂ ਪੈਂਦੀਆਂ, ਜਿੱਦਾਂ ਕਿ ਤੁਸੀਂ ਨਟਸ ਪਾਉਂਦੇ ਹੋ, ਆਲਮੰਡਸ ਔਰ ਵਾਲਨਟਸ ਪਾਉਂਦੇ ਹੋ, ਤੁਸੀਂ ਕਈ ਵਾਰ ਪ੍ਰੋਟੀਨ ਪਾਊਡਰ ਪਾਉਂਦੇ ਹੋ, ਜਿਹਦੇ ਨਾਲ ਉਹਦੀ ਸ਼ੂਗਰ ਦੀਆਂ ਕੈਲਰੀਜ਼ ਘੱਟ ਜਾਂਦੀਆਂ। ਠੀਕ ਹੈ। ਜਿੰਨਾ ਤੁਸੀਂ ਫਰੂਟ ਦੇ ਵਿੱਚ, ਅਸੀਂ ਇੰਡੀਆ ਦੇ ਵਿੱਚ ਫਰੂਟ ਜੂਸ ਲੈਂਦੇ ਸੀਗੇ ਵੈਂਡਰਸ ਤੋਂ, ਰੇਹੜੀ ਵਾਲਿਆਂ ਤੋਂ, 4 ਜਾਂ 5 ਮੌਸੰਮੀ ਜਾਂ 4 ਜਾਂ 5 ਸੰਤਰੇ ਉਹਨੇ ਪਾਣੇ, ਤਾਂ ਉਹਨੇ 1 ਗਲਾਸ ਜੂਸ ਦਾ ਬਣਾ ਕੇ ਦੇਣਾ। 4 ਸੰਤਰੇ ਨਹੀਂ ਖਾ ਸਕਦੇ ਇੱਕ ਵਾਰ 'ਚ ਬੈਠ ਕੇ। ਜੂਸ ਅਸੀਂ ਡੀਕ ਲਾ ਕੇ, ਜਿਹਨੂੰ ਕਹਿੰਦੇ ਆ, ਇੱਕੋ ਵਾਰ 'ਚ ਪੀ ਜਾਂਦੇ ਸੀ, ਕਿਉਂਕਿ ਦੇਰ ਘੱਟ ਲੱਗੇ, ਅਸੀਂ ਜਾਣਾ ਕਿਤੇ ਬਈ ਫਟਾਫਟ ਅੰਦਰ ਪਾਈਏ। ਮੈਂ ਉਮੀਦ ਕਰਦੀ ਹਾਂ ਕਿ ਹੁਣ ਇਹ ਜਿਹੜੀ ਤੁਸੀਂ ਅੰਦਰਲੀ ਸਿਚੁਏਸ਼ਨ ਸਮਝਾਈ ਹੈ ਨਾ, ਵੀ ਅੰਦਰ ਸੰਤੁਸ਼ਟੀ ਜਿਹੜੀ ਚੀਜ਼ ਨਾਲ ਮਿਲਣੀ ਆ, ਉਹ ਕੋਈ ਹੋਰ ਚੀਜ਼ ਹੈ। ਜਦੋਂ ਸਬਰ ਆਉਣ ਲੱਗਣਾ, ਉਹ ਢਿੱਡ ਭਰੇ 'ਤੇ ਹੀ ਆਉਣਾ, ਅਤੇ ਢਿੱਡ ਕਾਹਦੇ ਨਾਲ ਭਰਨਾ, ਉਹ ਅਸੀਂ ਇਹ ਚੀਜ਼ ਦੇਖਣੀ ਹੈ ਕਿ ਵੀ 4 ਸੰਤਰਿਆਂ ਨਾਲ ਭਰਨਾ ਤਾਂ ਵੀ ਜਾਂ 4 ਸੰਤਰਿਆਂ ਦੇ ਜੂਸ ਦੇ ਨਾਲ ਭਰਨਾ। ਯਕੀਨਨ ਤੌਰ ਦੇ ਉੱਤੇ 4 ਸੰਤਰਿਆਂ ਨਾਲ ਭਰੂਗਾ, ਅਤੇ ਜੂਸ ਤੋਂ ਬਾਅਦ ਤਾਂ ਅਸੀਂ ਹਜੇ ਹੋਰ ਵੀ ਕੁਝ ਪੀਣ ਲਈ ਤਿਆਰ ਹੋਵਾਂਗੇ, ਪਰ ਉਹਦੇ ਨਾਲ ਕੈਲੋਰੀਜ਼ ਜਿਹੜੀਆਂ ਸਾਡੀਆਂ ਉਹ ਵਧਣੀਆਂ ਹੈਗੀਆਂ। ਸਾਡੇ ਕੁਝ ਲਿਸਨਰਸ ਮੈਨੂੰ ਲੱਗਦਾ ਗੱਲ ਕਰਨਾ ਚਾਹੁੰਦੇ ਨੇ। ਸਮਾਂ ਬਹੁਤ ਥੋੜ੍ਹਾ, ਸਾਡੇ ਕੋਲ ਬਹੁਤ ਥੋੜ੍ਹਾ ਸਮਾਂ ਹੈ, ਪਰ ਦੇਖਦੇ ਹਾਂ ਕਿ ਬਚਦਾ ਸਮਾਂ ਕਿ ਨਹੀਂ। ਥੋੜ੍ਹੀ ਦੇਰ ਲਈ ਜੇ ਸਾਡੇ ਲਿਸਨਰਸ ਆ ਰਹੇ ਨੇ 6042040600 'ਤੇ ਕਾਲ ਕਰਕੇ, ਸਿਰਫ ਕੁਝ ਕੁ ਮਿੰਟ ਬਾਕੀ ਨੇ, ਇਸ ਕਰਕੇ ਜੇ ਆਪਣੀ ਗੱਲ ਕਰਨੀ ਆ ਤਾਂ ਤੁਸੀਂ ਪਲੀਜ਼ ਬਰੀਫ ਰੱਖਿਓ। ਮਿਸਟਰ ਜੋ। ਹਾਂਜੀ ਮਿਸਟਰ ਜੋ, ਤੁਸੀਂ ਔਨ ਏਅਰ ਹੋ। ਹਾਂਜੀ, ਕੋਈ ਕੁਐਸਚਨ ਜੋ ਜੀ। ਜਿਹੜੀ ਹੈਗੀ ਅਲਕੋਹਲ, ਉਹ ਹੈਗੀ, ਮਾਈ ਅੰਡਰਸਟੈਂਡਿੰਗ ਹੈਗੀ ਆ ਕਿ ਰਿਫਾਈਨਡ ਸ਼ੂਗਰ। ਮੈਂ ਆਪਣੇ ਤੁਹਾਡੇ ਗੈਸਟ ਤੋਂ ਪੁੱਛਣਾ ਮੰਗਦਾ ਕਿ ਇਹਨਾਂ ਥੋੜ੍ਹੀ ਜਿਹੀ ਗੱਲਬਾਤ ਕਰਨ, ਇੱਕ ਚੀਜ਼ ਤੇ ਹੋਰ ਗੱਲਬਾਤ ਕਰਨ। ਇਹ ਰੇਸ਼ਾ ਦਾ I don't understand ਰੇਸ਼ਾ, ਬਟ ਰੇਸ਼ਾ some people they talk about ਮੈਨੂੰ ਰੇਸ਼ਾ ਹੋ ਗਈ, ਇਸ ਕਰਕੇ ਆਹ ਹੋ ਗਿਆ। ਉਹ ਰੇਸ਼ਾ ਕਿਹੜੀ ਚੀਜ਼ ਦੀ ਬਣਦੀ ਹੈ? ਥੈਂਕ ਯੂ ਵੈਰੀ ਮਚ ਜੀ। alcohol, ਪਹਿਲਾ ਸਵਾਲ। Okay ਜੀ। Mr. Joe, thanks a lot for calling. Resha is not that Resha which we mean to say, but ਉਸ ਤੋਂ ਪਹਿਲਾਂ ਅਸੀਂ alcohol ਲੈਂਦੇ ਹਾਂ। alcohol ਵੀ refined sugar ਹੈ ਇੱਕ ਤਰ੍ਹਾਂ ਦੀ। alcohol ਵੀ ਸ਼ੂਗਰ ਹੈ ਔਰ ਮੈਟਾਬੋਲਾਈਜ਼ ਬਹੁਤ ਜਲਦੀ ਹੁੰਦੀ ਹੈ, ਜਿਵੇਂ ਕਿ ਵੋਲਾਟਾਈਲ ਸਬਸਟਾਂਸ ਹੈ, ਯਾਨੀ ਕਿ ਉੜਦੀ ਵੀ ਹੈ। ਤੁਸੀਂ ਦੇਖੋ, ਖੁੱਲ੍ਹੀ alcohol ਛੱਡ ਦਿਓ, ਉੜ ਜਾਂਦੀ ਹੈ। ਸੋ ਇਟ ਹਿਟਸ ਯੂ ਫਾਸਟਰ, ਔਰ ਇਹ ਵੀ ਸ਼ੂਗਰ ਸਪਾਈਕ ਕਰਦੀ ਹੈ ਤੁਹਾਡੀ ਬੋਡੀ ਦੇ ਵਿੱਚ। It is always advisable, if somebody drinks alcohol, then it is always advisable to take snacks which are protein rich snacks rather than having the wrong type of foods ਜਿਹੜੇ ਕਿ carbohydrate rich ਨੇ। ਅੱਛਾ। ਮਿੱਠਾ ਨਾਲ ਲਓਗੇ alcohol ਦੇ ਤਾਂ ਉਹ ਹਿੱਟ ਜਲਦੀ ਕਰੇਗੀ। ਰਾਈਟ।
ਔਰ ਅਗਰ ਤੁਸੀਂ ਪ੍ਰੋਟੀਨ ਰਿਚ ਸਨੈਕਸ ਲਓਗੇ ਤਾਂ ਐਲਕੋਹਲ ਉਨੀ ਜਲਦੀ ਹਿੱਟ ਨਹੀਂ ਕਰੂਗੀ ਕਿਉਂਕਿ ਪ੍ਰੋਟੀਨ ਨੂੰ ਬ੍ਰੇਕ ਡਾਊਨ ਕਰਨ 'ਚ ਦੇਰ ਲੱਗਣੀ ਹੈ। ਔਰ ਦੇਰ ਇਜ਼ ਨੋ ਡਾਊਟ ਐਲਕੋਹਲ ਤੋਂ ਬਾਅਦ ਤੁਸੀਂ ਬੈਲੀ ਫੈਟ ਉਹਨਾਂ ਲੋਕਾਂ ਦਾ ਦੇਖੋਗੇ ਜਿਹੜੇ ਐਲਕੋਹਲ ਕੰਜ਼ਿਊਮਰਸ ਹੈਗੇ ਨੇ। ਉਹ ਇਸ ਲਈ ਹੈ ਕਿਉਂਕਿ ਉਹਨਾਂ ਨੂੰ ਇਨਸੂਲਿਨ ਰੈਜ਼ਿਸਟੈਂਸ ਜਲਦੀ ਬਣਦੀ ਹੈ। ਠੀਕ ਹੈ। ਹੁਣ ਜਿਹੜੀ ਗੱਲ ਇਹਨਾਂ ਨੇ ਕੀਤੀ ਆ ਰੇਸ਼ਾ, ਮੈਂ ਜੇ ਤਾਂ ਕੁਇਕਲੀ ਇਹਦਾ ਆਨਸਰ ਦੇ ਸਕਦੀ ਹਾਂ ਤਾਂ ਜ਼ਰੂਰ ਪਲੀਜ਼। ਦੈਟ ਰੇਸ਼ਾ ਇਜ਼ ਬਲਗਮ, ਦੈਟ ਇਜ਼ ਕਫ। ਉਹ ਅਲੱਗ ਰੇਸ਼ਾ ਹੈ। ਇਹ ਰੇਸ਼ਾ ਅਸੀਂ ਧਾਗੇ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਔਰੰਜ ਦੇ ਉੱਪਰ, ਔਰੰਜ ਦੀ ਪੀਲ ਦੇ ਥੱਲੇ ਜਿਹੜੀਆਂ ਤੰਦਾਂ ਜੀਆਂ ਹੁੰਦੀਆਂ ਨਾ। ਹਾਂਜੀ ਹਾਂਜੀ, ਉਹ ਰੇਸ਼ਾ ਉਹਦੀ। ਪਰ ਇਹਨਾਂ ਦਾ ਸਵਾਲ ਇਹ ਸੀ ਕਿ ਕਈ ਲੋਕ ਕਹਿੰਦੇ ਸਾਨੂੰ ਰੇਸ਼ਾ ਹੋ ਗਈ ਹੈ ਨਾ। ਆਹ ਜਿਹੜੇ ਅੱਜ ਜਿਸ ਰੇਸ਼ਾ ਦੀ ਆਪਾਂ ਗੱਲ ਕਰ ਰਹੇ ਹਾਂ ਉਹ ਹੈ ਫਾਈਬਰ ਦੀ ਗੱਲ ਕੀਤੀ ਜਾ ਰਹੀ ਆ। ਉਹ ਬਿਲਕੁਲ ਵੱਖਰੀ ਚੀਜ਼ ਹੈ। ਕਹਿੰਦੇ ਕਿ ਉਹ ਕਾਹਦੀ ਬਣ ਜਾਂਦੀ ਹੈ। ਮੈਨੂੰ ਲੱਗਦਾ ਹੋ ਸਕਦਾ ਆਪਾਂ ਕਿਸੇ ਹੋਰ ਦਿਨ ਗੱਲ ਕਰੀਏ। ਜੇ ਬਰੀਫਲੀ ਆਨਸਰ ਹੈਗਾ ਤਾਂ ਜ਼ਰੂਰ ਦੇ ਦਿਓ। ਉਹ ਕਫ ਹੈ ਜਿਹੜੀ ਕਿ ਰੈਸਪੀਰੇਟਰੀ ਸਿਸਟਮ ਦੇ ਵਿੱਚ ਬਣਦੀ ਹੈ। ਉਹ ਨੈਚੁਰਲੀ ਨਹੀਂ ਬਣਦੀ। ਉਹ ਅਸੀਂ ਫਰੂਟ ਔਰ ਵੈਜੀਟੇਬਲਸ ਜਾਂ ਗ੍ਰੇਨਸ ਦੇ ਉੱਪਰ ਜਿਹੜੀ ਕਵਰਿੰਗ ਹੈ ਉਸ ਫਾਈਬਰ ਦੀ ਗੱਲ ਕਰਦੇ ਪਏ ਹਾਂ। ਉਹਨੂੰ ਅਸੀਂ ਪੰਜਾਬੀ 'ਚ ਰੇਸ਼ਾ ਕਹਿ ਰਹੇ ਹਾਂ। ਧਾਗੇ ਦੀ ਤਰ੍ਹਾਂ ਦੀ ਚੀਜ਼ ਜਿਹੜੀ ਕਿ ਬਾਡੀ 'ਚ ਡਾਈਜੈਸਟ ਨਹੀਂ ਹੋਣੀ, ਬਾਡੀ ਤੋਂ ਬਾਹਰ ਹੀ ਕੱਢੀ ਜਾਣੀ ਹੈ ਐਕਸਕ੍ਰੀਟਰੀ ਸਿਸਟਮ ਦੇ ਥਰੂ। ਅੱਛਾ। ਜਦ ਕਿ ਇਹ ਵਾਲੀ ਰੇਸ਼ਾ ਉਹ ਰੇਸ਼ਾ ਹੈ ਜਿਹੜੀ ਬਲਗਮ ਦੀ ਗੱਲ ਕਰਦੇ ਪਏ ਕਫ ਦੀ। ਸੋ ਦੈਟ ਇਜ਼ ਡਿਫਰੈਂਟ। ਸੋ ਠੀਕ ਹੈ। ਸੰਦੀਪ ਜੀ ਸਮਾਂ ਥੋੜ੍ਹਾ ਹੈ ਅਤੇ ਕੁਝ ਗੱਲਾਂ ਮੈਂ ਹੋਰ ਚਾਹੁੰਦੀ ਹਾਂ ਕਿ ਲਾਈਫ ਸਟਾਈਲ ਜਿਹੜਾ ਸਾਡਾ ਆ ਉਹਨੂੰ ਚੇਂਜ ਕਰਕੇ। ਤਾਂ ਤੁਸੀਂ ਡਾਈਟ ਦੀ ਗੱਲ ਕੀਤੀ ਹੈ ਕਿ ਜਿਹੜੀ ਸਿੱਧੀ ਸ਼ੂਗਰ ਆ ਉਹ ਤੁਹਾਡੀ ਬਾਡੀ ਦੇ ਵਿੱਚ ਨਹੀਂ ਜਾਣੀ ਚਾਹੀਦੀ। ਬੜਾ ਕਲੀਅਰਲੀ ਇਹ ਸਾਡੇ ਸੁਣਨ ਵਾਲਿਆਂ ਨੂੰ ਪਤਾ ਲੱਗ ਗਿਆ ਹੋਊਗਾ। ਕੀ ਕੁਝ ਲਾਈਫ ਸਟਾਈਲ ਦੇ ਵਿੱਚ ਚੇਂਜਿਸ ਕੀਤੀਆਂ ਜਾ ਸਕਦੀਆਂ ਤਾਂ ਕਿ ਡਾਇਬੀਟੀਜ਼ ਤੋਂ ਬਚਿਆ ਜਾ ਸਕੇ? ਓਕੇ, ਗ੍ਰੇਟ ਕੁਐਸਚਨ। ਬਿਕੋਜ਼ ਮੇਰੀ ਜਿਹੜੀ ਸਪੈਸ਼ਲਾਈਜੇਸ਼ਨ ਪੋਸਟ ਗ੍ਰੈਜੂਏਸ਼ਨ ਹੈ ਉਹ ਲਾਈਫ ਸਟਾਈਲ ਮੈਡੀਸਿਨ ਦੇ ਵਿੱਚ ਹੈ। ਆਈ ਐਮ ਅ ਪ੍ਰੀਵੈਂਟਿਵ ਐਂਡ ਪ੍ਰੋਮੋਟਿਵ ਹੈਲਥ ਕੇਅਰ। ਸੋ ਪ੍ਰੋਮੋਟਿਵ ਮੀਨਸ ਕਿ ਪ੍ਰੋਮੋਟ ਕਰਨਾ ਹੈਲਥ ਨੂੰ, ਪ੍ਰੀਵੈਂਟਿਵ ਮੀਨਸ ਕਿ ਬਿਮਾਰੀ ਨੂੰ ਪ੍ਰੀਵੈਂਟ ਕਰਨਾ। ਜੀ। ਦੋਨਾਂ ਦੇ ਵਿੱਚ ਜਿਹੜੀ ਪ੍ਰੀਵੈਂਸ਼ਨ ਹੈ ਉਹ ਸੈਕੰਡਰੀ ਔਰ ਪ੍ਰਾਇਮਰੀ ਦੋ ਤਰ੍ਹਾਂ ਦੀ ਹੁੰਦੀ। ਪ੍ਰਾਇਮਰੀ ਉਹਨਾਂ ਲੋਕਾਂ ਨੂੰ ਕਹਿੰਦੇ ਆ ਜਿਨ੍ਹਾਂ ਨੂੰ ਸ਼ੂਗਰ ਨਹੀਂ ਹੋਈ, ਉਹਨਾਂ ਨੇ ਡਾਇਬੀਟੀਜ਼ ਤੋਂ ਬਚਣਾ, ਉਹ ਪ੍ਰਾਇਮਰੀ ਕੈਟਾਗਰੀ 'ਚ ਆਉਂਦੇ ਨੇ। ਜਿਹੜੇ ਸੈਕੰਡਰੀ ਹੈ ਉਹ ਨੇ ਜਿਨ੍ਹਾਂ ਨੂੰ ਸ਼ੂਗਰ ਹੋ ਗਈ, ਡਾਇਬੀਟੀਜ਼ ਹੋ ਗਈ, ਪਰ ਉਹਨਾਂ ਨੂੰ ਕੰਪਲੀਕੇਸ਼ਨਸ ਤੋਂ ਬਚਣਾ, ਸ਼ੂਗਰ ਦੇ ਨੁਕਸਾਨ ਤੋਂ ਬਚਣਾ ਹੈ। ਠੀਕ ਹੈ। ਦੋਨਾਂ ਲੋਕਾਂ ਨੂੰ ਲਾਈਫ ਸਟਾਈਲ ਦੇ ਵਿੱਚ ਚੇਂਜਸ ਲਿਆਉਣੀਆਂ ਜ਼ਰੂਰੀ ਹੈ। ਅਮਰੀਕਨ ਡਾਇਬੀਟਿਕ ਐਸੋਸੀਏਸ਼ਨ ਜਿਹੜੀ ਕਿ ਇੱਕ ਏਸ ਬਾਡੀ ਹੈ ਡਾਇਬੀਟੀਜ਼ ਮੈਨੇਜਮੈਂਟ ਦੀ ਹਿਦਾਇਤਾਂ ਦੇਣ ਦੇ ਵਿੱਚ ਸਾਰੀ ਦੁਨੀਆ ਨੂੰ ਦਿੰਦੀ ਹੈ। ਉਹਦੇ ਵਿੱਚ ਡਾਇਟ ਔਰ ਲਾਈਫ ਸਟਾਈਲ ਨੰਬਰ 1 ਪ੍ਰਾਇਰਟੀ ਹੈ। ਜਦੋਂ ਕਿਸੇ ਨੂੰ ਵੀ ਡਿਟੈਕਟ ਹੁੰਦੀ ਹੈ ਸ਼ੂਗਰ ਤਾਂ ਪਹਿਲੇ ਨੰਬਰ 'ਤੇ ਡਾਕਟਰ ਦਾ ਫਰਜ਼ ਹੈ ਦੱਸਣਾ ਕਿ ਅਮਰੀਕਨ ਡਾਇਬੀਟਿਕ ਐਸੋਸੀਏਸ਼ਨ ਇਹ ਕਹਿੰਦੀ ਹੈ ਕਿ ਤੁਸੀਂ ਆਪਣਾ ਲਾਈਫ ਸਟਾਈਲ ਮੋਡੀਫਾਈ ਕਰੋ। ਉਹਦੇ ਵਿੱਚ ਆਪਣੇ ਬਾਡੀ ਨੂੰ ਚਲਾਓ ਤਾਂ ਕਿ ਯੂਜ਼ ਹੋਵੇ ਸ਼ੂਗਰ ਜਿਹੜੀ ਕਿ ਬਲੱਡ ਦੇ ਵਿੱਚ ਘੁੰਮ ਰਹੀ ਹੈ, ਓਨਾ ਹੀ ਗਲੂਕੋਜ਼ ਕੰਜ਼ਿਊਮ ਹੋਏਗਾ ਜਿੰਨਾ ਤੁਸੀਂ ਉਹਨੂੰ ਚਲਾਓਗੇ, ਭਜਾਓਗੇ, ਸੈਰ ਕਰੋਗੇ, ਐਕਸਰਸਾਈਜ਼ ਕਰੋਗੇ। ਲਾਈਫ ਸਟਾਈਲ ਦੇ ਵਿੱਚ ਐਕਟਿਵ ਲਾਈਫ ਸਟਾਈਲ ਹੋਣਾ ਜ਼ਰੂਰੀ ਹੈ। ਕੋਸ਼ਿਸ਼ ਕਰੋ ਆਪਣੀ ਕਾਰ ਦੂਰ ਤੋਂ ਦੂਰ ਖੜੀ ਕਰੋ ਪਾਰਕਿੰਗ ਲਾਟ ਦੇ ਵਿੱਚ। ਕੋਸ਼ਿਸ਼ ਕਰੋ ਆਪਣੀ ਗਰੋਸਰੀ ਪੈਦਲ ਕਰਨ ਜਾਓ ਤਾਂ ਕਿ ਤੁਸੀਂ ਆਪਣੇ ਲਾਈਫ ਦੇ ਵਿੱਚ ਇਹੋ ਜਿਹੇ ਜ਼ਿਆਦਾ ਟਾਈਮ ਲੈ ਕੇ ਆਓ ਜਦੋਂ ਤੁਸੀਂ ਮੋਬਾਈਲ ਹੋ, ਜਦੋਂ ਤੁਸੀਂ ਤੁਰ ਫਿਰ ਰਹੇ ਹੋ। ਡਾਇਟ ਦੇ ਵਿੱਚ ਰਿਫਾਈਨਡ ਫੂਡਸ ਤੋਂ ਦੂਰ ਰਹੋ। ਨੈਚੁਰਲ ਫੂਡਸ ਦੇ ਜਿੰਨੇ ਕਰੀਬ ਰਹੋਗੇ, ਜਿੰਨਾ ਆਪਣੀ ਡਾਇਟ 'ਚ ਸ਼ਾਮਿਲ ਕਰੋਗੇ, ਉਨਾ ਸੈਟਾਈਟੀ ਬੈਟਰ ਰਹੇਗੀ, ਸੈਟਿਸਫੈਕਸ਼ਨ ਰਹੇਗੀ। ਔਰ ਮੇਰਾ ਖਿਆਲ ਹੈ ਕਿ ਇਹ ਬੇਸਿਕ ਰੂਲਸ ਨੇ ਕਿ ਜਿਹੜੇ ਲਾਈਫ ਸਟਾਈਲ ਦੇ ਵਿੱਚ ਸਾਨੂੰ ਸ਼ਾਮਿਲ ਕਰਨੇ ਚਾਹੀਦੇ ਆ। ਇੱਕ ਹੋਰ ਬਹੁਤ ਇੰਪੋਰਟੈਂਟ ਚੀਜ਼ ਕਿ ਡਾਇਬੀਟੀਜ਼ ਦੇ ਨਾਲ ਹੋਰ ਕਿਹੜੇ ਹੈਲਥ ਇਸ਼ੂਜ਼ ਹੋਣ ਦੀ ਸੰਭਾਵਨਾ? ਕੰਪਲੀਕੇਸ਼ਨਸ ਡਾਇਬੀਟੀਜ਼ ਦੇ ਨਾਲ ਨਵਜੋਤ ਜੀ ਬਹੁਤ ਜ਼ਿਆਦਾ ਆਉਣ ਦਾ ਅੰਦੇਸ਼ਾ ਰਹਿੰਦਾ ਹੈ। ਨੈਫਰੋਪੈਥੀ ਯਾਨੀ ਕਿ ਕਿਡਨੀ ਡੈਮੇਜ ਹੋਣਾ, ਨਿਊਰੋਪੈਥੀ ਯਾਨੀ ਕਿ ਨਰਵਸ ਡੈਮੇਜ ਹੋਣਾ, ਡਬਲ ਰਿਸਕ ਆਫ ਹਾਰਟ ਡਿਜ਼ੀਜ਼ ਐਂਡ ਸਟ੍ਰੋਕ। ਨॉन ਡਾਇਬੀਟਿਕ ਪੇਸ਼ੈਂਟ, ਸੇਮ ਉਮਰ ਦਾ ਬੰਦਾ ਔਰ ਇੱਕ ਡਾਇਬੀਟਿਕ ਪੇਸ਼ੈਂਟ, ਉਹ 200% ਰਿਸਕ ਕੈਰੀ ਕਰਦਾ ਹੈ ਹਾਰਟ ਅਟੈਕ ਦਾ ਔਰ ਰਿਸਕ ਆਫ ਸਟ੍ਰੋਕ। ਅੱਛਾ ਜੀ, ਅਮਰੀਕਨ ਹਾਰਟ ਐਸੋਸੀਏਸ਼ਨ ਦੀ ਇਹ ਰਿਸਰਚ ਕਹਿੰਦੀ ਹੈ। ਸੋ ਰਿਸਕ ਆਫ ਦਿਸ ਪਲੱਸ ਰਿਸਕ ਆਫ ਬਲਾਈਂਡਨੈਸ, ਰੈਟੀਨੋਪੈਥੀ ਜਿਹਨੂੰ ਅਸੀਂ ਕਹਿੰਦੇ ਹਾਂ ਅੱਖਾਂ ਦੇ ਪਿੱਛੇ ਦਾ ਪਰਦਾ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ। ਸੋ ਕਿਡਨੀ ਦੀ ਅਸੀਂ ਗੱਲ ਕਰ ਲਈ ਹੈ। ਪੈਰੀਫਰਲ ਵੈਸਕੂਲਰ ਡਿਜ਼ੀਜ਼ ਯਾਨੀ ਕਿ ਪੈਰਾਂ ਤੱਕ ਜਿਹੜੇ ਹਾਰਟ ਤੋਂ ਜਿੰਨੀ ਦੂਰ ਨਸਾਂ ਨੇ ਉਹਨਾਂ ਦੇ ਵਿੱਚ ਬਲੋਕੇਜਸ ਪੈਦਾ ਹੋਣਾ, ਉਹ ਨਸਾਂ ਖਰਾਬ ਹੋਣਾ, ਉਹਨਾਂ ਦਾ ਵੀ ਅੰਦੇਸ਼ਾ ਉਹਨਾਂ ਲੋਕਾਂ ਨੂੰ ਜ਼ਿਆਦਾ ਜਿਨ੍ਹਾਂ ਨੂੰ ਡਾਇਬੀਟੀਜ਼ ਹੈ ਜਾਂ ਜਿਹੜੇ ਸਮੋਕਰ ਨੇ। ਸਮੋਕਿੰਗ ਪਲੱਸ ਡਾਇਬੀਟੀਜ਼ ਹੋ ਗਿਆ ਤਾਂ ਸੋਨੇ 'ਤੇ ਸੁਹਾਗਾ ਹੈ, ਡਬਲ ਰਿਸਕ ਹੋ ਗਿਆ। ਸੋ ਪੈਰੀਫਰਲ ਵੈਸਕੂਲਰ ਡਿਜ਼ੀਜ਼ ਯਾਨੀ ਕਿ ਪੈਰਾਂ ਦੀ ਨਸਾਂ ਦਾ ਖਰਾਬ ਹੋਣਾ, ਜਿਹਦੇ ਕਰਕੇ ਕਈ ਵਾਰ ਲੋਕਾਂ ਨੂੰ ਨਾ ਠੀਕ ਹੋਣ ਵਾਲੇ ਜ਼ਖਮ ਹੁੰਦੇ ਨੇ ਜਿਹਨੂੰ ਅਸੀਂ ਡਾਇਬੀਟਿਕ ਅਲਸਰ ਕਹਿੰਦੇ ਹਾਂ, ਫੁੱਟ ਅਲਸਰ ਜਾਂ
ਐਂਪੂਟੇਸ਼ਨ ਦਾ ਸਾਹਮਣਾ ਕਰਨਾ ਪੈਂਦਾ, ਪੈਰ ਕਟਵਾਉਣੇ ਪੈਂਦੇ ਹੈ। ਅੱਛਾ। ਸੋ ਬਲਾਈਂਡਨੈਸ ਅਸੀਂ ਗੱਲ ਕਰ ਲਈ, ਰੈਟਨੋਪੈਥੀ ਦੀ, ਅਸੀਂ ਕਿਡਨੀ ਦੀ ਗੱਲ ਕਰ ਲਈ। ਜਿਹੜੇ ਲੋਕ ਡਾਇਬਟਿਕ ਨੇ ਉਹਨਾਂ ਦਾ ਆਮ ਤੌਰ 'ਤੇ ਕੋਲੈਸਟਰੋਲ ਵੀ ਤੁਸੀਂ ਦੇਖੋਗੇ ਜ਼ਿਆਦਾ ਵਧਿਆ ਹੋਏਗਾ, ਉਹਨਾਂ ਦਾ ਫੈਟੀ ਲਿਵਰ ਵੀ ਹੋਏਗਾ। ਅੱਛਾ। ਸੋ ਇਹ ਸਾਰੇ ਰਿਸਕ ਵਧਾਉਂਦੀ ਹੈ। ਮੈਟਾਬੋਲਿਕ ਅਸੀਂ ਕਹਿੰਦੇ ਹਾਂ ਮੈਟਾਬੋਲਿਕ ਸਿੰਡਰੋਮ ਹੋਣਾ, ਟ੍ਰਾਈਗਲਿਸਰਾਈਡਸ ਉਹਦੇ ਮਿਲਣਗੇ। ਸੋ ਇਹ ਸਾਰੇ ਰਿਸਕ ਫੈਕਟਰਸ ਨੇ। ਸੋ ਕੁੱਲ ਮਿਲਾ ਕੇ ਜੇ ਅੱਜ ਦੀ ਗੱਲ ਨੂੰ ਕਨਕਲੂਡ ਕਰਨਾ ਹੋਵੇ ਕਿ ਡਾਇਬੀਟੀਜ਼ ਤੋਂ ਬਚਣ ਦੇ ਲਈ ਬਹੁਤ ਜ਼ਰੂਰੀ ਹੈ, ਪਹਿਲਾਂ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਇਹ ਦੇਖੋ ਕਿ ਜੇ ਹੈਰੀਡਿਟਰੀ ਹੈ ਤਾਂ ਫਿਰ ਤੁਸੀਂ ਪਹਿਲੇ ਨੰਬਰ 'ਤੇ ਉਸ ਰਿਸਕ ਦੇ ਵਿੱਚ ਹੈਗੇ ਹੋ। ਦੂਸਰੀ ਚੀਜ਼ ਇਹ ਹੈ ਕਿ ਇਹ ਨਾ ਸੋਚੀਏ ਕਿ ਸਾਡੇ ਤਾਂ ਕਿਸੇ ਨੂੰ ਹੈ ਨਹੀਂ ਸੀ, ਅਸੀਂ ਤਾਂ ਸਭ ਠੀਕ ਠਾਕ ਹੀ ਆ, ਜੋ ਆਉਂਦਾ ਚਲਾਈ ਜਾਂਦੇ ਹਾਂ ਜੀ, ਦੁਨੀਆ 'ਚ ਖਾਣ ਪੀਣ ਆਏ ਆ, ਖਾਓ ਪੀਓ ਐਸ਼ ਕਰੋ ਮਿੱਤਰੋ ਵਾਲੀ ਪੋਲਿਸੀ ਇਸ ਤਰ੍ਹਾਂ ਖਾਣ। ਜੇ ਖਾਧਾ ਹੀ ਨਾ ਦੁਨੀਆ 'ਚ ਆ ਕੇ ਤਾਂ ਫਿਰ ਕੀਤਾ ਕੀ, ਪਰ ਕੀ ਖਾਧਾ ਇਹ ਵੀ ਜ਼ਰੂਰ ਦੇਖਣ ਦੀ ਜ਼ਰੂਰਤ ਹੈਗੀ ਆ। ਜਿਹੜੇ ਢਿੱਡ ਦੇ ਟਾਇਰ ਤੋਂ ਅਸੀਂ ਪਰੇਸ਼ਾਨ ਹਾਂ ਉਹਨਾਂ ਦਾ ਕੁਝ ਕਰਨਾ ਪੈਣਾ, ਕਿਉਂਕਿ ਇਹ ਜਿਹੜੀ ਡਾਇਬੀਟੀਜ਼ ਦੀ ਇਹਨਾਂ ਨੇ ਗੱਲ ਕੀਤੀ ਹੈ ਕਿ ਇਹ ਨਾ ਸਿਰਫ ਆਪਣੇ ਆਪ ਦੇ ਵਿੱਚ ਸਮੱਸਿਆ, ਹੋਰ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਵੀ ਸੱਦਾ ਦਿੰਦੀ ਹੈ। ਡਾਈਟ 'ਤੇ ਖਾਸ ਕਰਕੇ ਫੋਕਸ ਕਰਨ ਲਈ ਕਿਹਾ, ਅਤੇ ਨਾਲ ਕਿਹਾ ਕਿ ਐਕਟਿਵ ਰਹਿਣ ਦੀ ਬਹੁਤ ਜ਼ਰੂਰਤ ਹੈ। ਜੇ ਫੈਟ ਜਮ੍ਹਾਂ ਕਰ ਲਈ ਵੀ ਹੈ, ਇੰਨੀ ਨਿਰਾਸ਼ ਹੋਣ ਦੀ ਗੱਲ ਨਹੀਂ ਹੈ, ਹੁਣ ਵੀ ਜਿਹੜਾ ਉਹ ਦਰੁਸਤ ਕੀਤਾ ਜਾ ਸਕਦਾ, ਦੇਰ ਆਏ ਦਰੁਸਤ ਆਏ। ਬਹੁਤ ਬਹੁਤ ਸ਼ੁਕਰੀਆ ਸੰਦੀਪ ਜੱਸਲ ਜੀ। ਥੈਂਕ ਯੂ ਵੈਰੀ ਮਚ ਨਵਜੋਤ ਜੀ, ਥੈਂਕਸ ਅ ਲੋਟ ਫॉर ਹੈਵਿੰਗ ਮੀ। ਥੈਂਕ ਯੂ।